ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਲੇਟੈਸਟ ਅਪਡੇਟਸ ਔਰ ਖਾਸ ਤੌਰ ਤੇ ਆਸਟ੍ਰੇਲੀਆ ਔਰ ਕੈਨੇਡਾ ਬਾਰੇ ਗੱਲ ਕਰਾਂਗੇ। ਸਟੂਡੈਂਟਸ ਦੇ ਸਵਾਲ ਬਹੁਤ ਨੇ ਕਿ ਕਿਵੇਂ ਅਗਰ ਤੁਹਾਡਾ ਆਇਲਸ ਸਕੋਰ ਚੰਗਾ ਨਹੀਂ ਹੈ ਜਾਂ ਬਹੁਤ ਚੰਗਾ ਹੈ, ਤੁਸੀਂ ਕਿੱਥੇ ਕਦੋਂ ਅਪਲਾਈ ਕਰੋ ਤਾਂ ਕਿ ਤੁਹਾਡਾ ਸਕਸੈਸਫੁਲੀ ਸਟੱਡੀ ਵੀਜ਼ਾ ਤੁਹਾਡੇ ਕੋਲ ਆ ਸਕੇ। ਸੋ ਅੱਜ ਦੀ ਗੱਲਬਾਤ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਸ਼ੈਵੀ ਟਿਵਾਣਾ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਟੂਡੈਂਟਸ ਦੇ ਮਨ ਵਿੱਚ ਹਮੇਸ਼ਾ ਸਵਾਲ ਬਹੁਤ ਸਾਰੇ ਰਹਿੰਦੇ ਨੇ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਟਾਈਮਲੀ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਇਸ ਕਰਕੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ। ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਆਪਣੇ ਸਵਾਲਾਂ ਦੇ ਜਵਾਬ ਇਸ ਸ਼ੋਅ ਦੇ ਦੌਰਾਨ ਵੀ ਤੁਸੀਂ ਲੈ ਸਕਦੇ ਹੋ ਜੀ। ਆਪਾਂ ਅੱਜ ਆਸਟ੍ਰੇਲੀਆ ਤੋਂ ਸ਼ੁਰੂਆਤ ਕਰੀਏ ਤਾਂ ਆਸਟ੍ਰੇਲੀਆ ਨੂੰ ਲੈ ਕੇ ਆਪਾਂ ਵੀਕ ਪ੍ਰੋਫਾਈਲਸ ਦੇ ਬਾਰੇ ਮੈਂ ਗੱਲ ਕਰਨਾ ਚਾਹਾਂਗੀ ਕਿ ਜਿਨ੍ਹਾਂ ਦੀ ਪ੍ਰੋਫਾਈਲ ਨੂੰ ਆਪਾਂ ਥੋੜਾ ਵੀਕ ਮੰਨ ਸਕਦੇ ਹਾਂ ਆਸਟ੍ਰੇਲੀਆ ਦੇ ਲਈ, ਉਹ ਕਿਸ ਤਰੀਕੇ ਨਾਲ ਮੈਨੇਜ ਕਰ ਸਕਦੇ ਨੇ, ਆਪਣੀ ਪ੍ਰੋਫਾਈਲ ਨੂੰ ਸਟਰੋਂਗ ਕਰ ਸਕਦੇ ਨੇ ਤਾਂ ਕਿ ਅਪਲਾਈ ਕਰਨ ਤਾਂ ਰਿਸਕ ਨਾ ਰਹੇ, ਵੀਜ਼ਾ ਆ ਜਾਏ। ਦੇਖੋ, ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਐਪਲੀਕੇਸ਼ਨ ਲਾ ਰਹੇ ਆ। ਸਭ ਤੋਂ ਪਹਿਲਾਂ ਸਟੂਡੈਂਟਸ ਨੂੰ ਆਪਣੀ ਪ੍ਰੋਫਾਈਲ ਵੇਖਣੀ ਚਾਹੀਦੀ ਆ ਕਿ ਉਹਦੇ ਕਿੰਨੇ ਬੈਂਡ ਸਕੋਰ ਨੇ, ਉਹਦੇ ਪਰਸੈਂਟ ਕਿੰਨੇ ਨੇ, ਜਿਹੜੇ ਉਹ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਉਹਦੀ ਰਿਕੁਆਇਰਮੈਂਟ ਕੀ ਆ। ਸਭ ਤੋਂ ਪਹਿਲਾਂ ਵੀਜ਼ਾ ਲੈਣ ਦੇ ਲਈ ਰਿਕੁਆਇਰਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ। ਆਇਲਸ ਦੇ ਵਿੱਚੋਂ ਤੁਸੀਂ ਚੈੱਕ ਕਰੋ ਕਿ ਤੁਸੀਂ ਜਿਹੜੇ ਯੂਨੀਵਰਸਿਟੀ ਕਾਲਜ 'ਚ ਜਾ ਰਹੇ ਹੋ ਉਹਦੀ ਵੈਬਸਾਈਟ ਦੇ ਉੱਤੇ ਉਹਦੀ ਰਿਕੁਆਇਰਮੈਂਟ ਕੀ ਆ। ਜਿਹੜੇ ਕੋਰਸ ਦੇ ਵਿੱਚ ਪੜ੍ਹਨ ਜਾ ਰਹੇ ਹੋ ਉਹਦੇ 'ਚ ਪਰਸੈਂਟ ਕਿੰਨੇ ਨੇ, ਕਿ ਤੁਹਾਡੇ 60% ਐਕਸੈਪਟ ਕਰ ਰਹੇ ਹੋ ਕੋਰਸ ਜਾਂ 40% ਜਾਂ 50% ਜਾਂ 90% ਦੇ ਅਕੋਰਡਿੰਗ ਤੁਸੀਂ ਆਪਣਾ ਕੋਰਸ ਐਂਡ ਕਾਲਜ ਬੈਂਡ ਸਕੋਰ ਦੇ ਅਕੋਰਡਿੰਗ ਚੁਣੋ। ਜੇ ਤੁਹਾਡੇ ਬੈਂਡ ਸਕੋਰ ਬਹੁਤ ਜ਼ਿਆਦਾ ਲੋ ਨੇ ਤਾਂ ਤੁਸੀਂ ਐਲੀ ਕੋਰਸ ਲੈ ਲਓ। ਐਲੀ ਕੋਰਸ ਤੁਹਾਨੂੰ ਉਸੇ ਕਾਲਜ ਦੇ ਵਿੱਚ ਉਸੇ ਲਿਸਟ ਦੇ ਵਿੱਚ ਮਿਲੂਗਾ ਜਿੱਥੇ ਤੁਸੀਂ ਆਪਣਾ ਪ੍ਰੋਗਰਾਮ ਸਿਲੈਕਟ ਕੀਤਾ। ਮੈਂ ਡਿਗਰੀ ਸਿਲੈਕਟ ਕੀਤੀ ਹੈ ਜਾਂ ਡਿਪਲੋਮਾ ਸਿਲੈਕਟ ਕੀਤਾ। ਇਦਾਂ ਦੀ ਜਿਹੜੀ ਐਡਵਾਈਸ ਹੁੰਦੀ ਹੈ, ਆਪਣੇ ਇੱਕ ਸਲਾਹਕਾਰ ਤੋਂ ਐਡਵਾਈਸ ਲਓ। ਉਹਨਾਂ ਨੂੰ ਸਾਰਾ ਕੁਝ ਦੱਸੋ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਿੱਥੇ ਜਾਣਾ ਚਾਹੁੰਦੇ ਹੋ, ਕੀ ਕਰਨ ਜਾਣਾ ਚਾਹੁੰਦੇ ਹੋ, ਕੀ ਤੁਹਾਡਾ ਵਿਜ਼ਿਟ ਆਫ ਦਾ ਪਰਪਸ ਆ, ਤੁਹਾਡਾ ਫੈਮਿਲੀ ਬੈਕਗਰਾਊਂਡ ਕੀ ਆ, ਤੁਹਾਡੇ ਕੋਲ ਫੰਡਸ ਕਿੰਨੇ ਨੇ, ਤੁਸੀਂ ਉੱਥੇ ਕਿੰਨਾ ਟਾਈਮ ਕੀ ਸਟੱਡੀ ਕਰਨੀ ਆ, ਕਿੰਨੇ ਟਾਈਮ ਲਈ ਤੁਸੀਂ ਕਿੱਥੇ ਰਹਿਣਾ। ਕਿਉਂਕਿ ਸਟੂਡੈਂਟਸ ਕੀ ਕਰਦਾ, ਉਹ ਸਿਡਨੀ ਚੱਲ ਗਿਆ, ਸਿਡਨੀ ਤੋਂ ਬਾਅਦ ਉਹ ਸੋਚਦਾ ਕਿ 6 ਮਹੀਨੇ ਸਾਲ ਬਾਅਦ ਮੈਂ ਕਿਤੇ ਹੋਰ ਮੂਵ ਹੋ ਜਾਊਗਾ। ਤਾਂ ਇੱਦਾਂ ਦੇ ਕੇਸਿਸ 'ਚ ਕੀ ਹੁੰਦਾ ਕਿ ਉਹ ਸਿਡਨੀ ਪਹੁੰਚ ਤਾਂ ਜਾਂਦਾ ਬਟ ਅੱਗੇ ਉਹ ਮੂਵ ਨਹੀਂ ਹੋ ਸਕਦਾ ਹੁੰਦਾ। ਜਾਂ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਮੀਨਸ ਤੁਸੀਂ ਪਰਥ ਜਾਣਾ ਚਾਹੁੰਦੇ ਹੋ, ਤਾਂ ਇਹ ਨਾ ਸੋਚੋ ਕਿ ਪਹਿਲਾਂ ਅਸੀਂ ਸਿਡਨੀ ਚੱਲ ਜਾਈਏ ਫਿਰ ਪਰਥ ਚੱਲ ਜਾਈਏ, ਜਾਂ ਪਹਿਲਾਂ ਪਰਥ ਚੱਲ ਜਾਈਏ ਫਿਰ ਬਾਅਦ 'ਚ ਸਿਡਨੀ ਚੱਲ ਜਾਈਏ। ਸੋ ਜਿੱਥੇ ਜਾਣਾ ਚਾਹੁੰਦੇ ਹੋ ਆਪਣੇ ਸਲਾਹਕਾਰ ਨੂੰ, ਆਪਣੇ ਵੀਜ਼ਾ ਐਡਵਾਈਜ਼ਰ ਨੂੰ, ਆਪਣੇ ਏਜੰਟ ਨੂੰ ਦੱਸੋ ਕਿ ਸਰ ਮੈਂ ਇੱਥੇ ਜਾਣਾ ਚਾਹੁੰਦਾ, ਮੇਰੀ ਪ੍ਰੋਫਾਈਲ ਇਹ ਆ। ਉਹ ਤੁਹਾਨੂੰ ਚੰਗੀ ਸਲਾਹ ਦੇ ਨਾਲ ਤੁਹਾਨੂੰ ਇੱਕ ਵੀਜ਼ੇ ਦੇ ਮੁਕਾਮ ਤੱਕ ਵੀ ਪਹੁੰਚਾਊਗਾ। ਬਿਲਕੁਲ ਸਹੀ ਗੱਲ ਤੁਸੀਂ ਕਹੀ। ਸੋ ਸਹੀ ਸਲਾਹ ਟਾਈਮਲੀ ਮਿਲਣੀ ਬਹੁਤ ਹੀ ਜ਼ਰੂਰੀ ਹੈ। ਤੇ ਜੇਕਰ ਤੁਸੀਂ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਵਿੱਚ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ। ਬਾਰ-ਬਾਰ ਸ਼ੋਅ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਡਾਕੂਮੈਂਟਸ ਦੇਖਣ ਤੋਂ ਬਾਅਦ ਹੀ ਸਹੀ ਅਸੈਸਮੈਂਟ ਹੋ ਸਕਦੀ ਹੈ ਤੇ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹੈ। ਤੇ ਸ਼ੈਵੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਐਲੀ ਕੋਰਸ ਦੀ, ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਤੁਸੀਂ ਐਲੀ ਕੋਰਸ ਜੋੜਨ ਦੀ ਗੱਲ ਕਰਦੇ ਹੋ। ਆਪਾਂ ਪਹਿਲੇ ਸ਼ੋਅ ਵਿੱਚ ਕੈਨੇਡਾ ਦੀ ਗੱਲ ਕੀਤੀ ਸੀ, ਤੁਸੀਂ ESL ਕੋਰਸ ਲਗਾਉਣ ਦੀ ਵੀ ਗੱਲ ਕੀਤੀ ਸੀ। ਅੱਜ ਦੇ ਟਾਈਮ ਵਿੱਚ ਆਪਾਂ ਕਿੰਨਾ ਕੁ ਇਸ ਨੂੰ ਸਟਰੋਂਗ ਪੁਆਇੰਟ ਮੰਨ ਸਕਦੇ ਹਾਂ, ਕਿਉਂਕਿ ਬਾਕੀ ਕਈ ਕੰਸਲਟੈਂਟਸ ਇਸ ਚੀਜ਼ ਦੀ ਇੰਨੀ ਜ਼ਿਆਦਾ ਐਡਵਾਈਸ ਨਹੀਂ ਦਿੰਦੇ। ਹਾਲਾਂਕਿ ਕੁਝ ਸਾਲ ਪਹਿਲਾਂ ਤੱਕ ਇਹ ਚਲਨ ਸੀ, ਅਸੀਂ ਮੰਨਦੇ ਹਾਂ ਕਿ ਬਹੁਤ ਹੀ ਚਲਨ ਸੀ ਕਿ ਐਲੀ ਕੋਰਸ ਕਰਕੇ ਜਾਂਦੇ ਸੀ। ਅੱਜ ਦੇ ਟਾਈਮ ਵਿੱਚ ਐਲੀ ਕੋਰਸ ਜਾਂ ESL ਕੋਰਸ ਦੀ ਇੰਨੀ ਡਿਮਾਂਡ ਕਿਉਂ ਘਟ ਗਈ ਹੈ ਤੇ ਤੁਸੀਂ ਇਸ ਦੇ ਵਿੱਚ ਡੀਲ ਕਰ ਰਹੇ ਹੋ ਤਾਂ ਕਿੰਨਾ ਕੁ ਸਟਰੋਂਗ ਮੰਨਦੇ ਹੋ ਇਸ ਨੂੰ? ਦੇਖੋ, ਇੱਕ ਐਲੀ ਕੋਰਸ ਤੇ ESL ਕੋਰਸ ਇੱਕ ਹੀ ਲੈਂਗੁਏਜ ਕੋਰਸ ਆ। ਪਹਿਲਾਂ ਇਹ ਕਾਫੀ ਏਜੰਟ, ਕਾਫੀ ਕੰਪਨੀਜ਼ ਕੀ ਕਰਦੀਆਂ ਸੀ ਕਿ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਆਇਲਸ ਕਰੋ, ਤੁਹਾਡਾ PT ਤੇ ਵੀਜ਼ਾ ਨਹੀਂ ਆਊਗਾ। ਸੋ ਇਦਾਂ ਦਾ ਕੁਝ ਨਹੀਂ ਆ। PT ਤੇ ਕੈਨੇਡਾ ਵੀਜ਼ਾ ਦੇਣਾ ਸ਼ੁਰੂ ਕਰ ਗਿਆ। ESL ਕੋਰਸ ਪਹਿਲਾਂ ਵੀ ਚੱਲਦਾ ਸੀ, ਉਹ ਅੱਜ ਵੀ ਚੱਲਦਾ ਪਿਆ। ਉਹ ਕੋਰਸ ਦੇ ਵਿੱਚ ਉਹਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਕੀ ਆ, ਇੱਕ SDS ਕੈਟਾਗਰੀਜ਼ ਹੁੰਦੀ ਆ, ਬਹੁਤ ਈਜ਼ੀ ਕੈਟਾਗਰੀਜ਼ ਆ। ਉਹਦੇ 'ਚ ਸਟੂਡੈਂਟ ਖੁਦ ਆਪ ਵੀ ਫਾਈਲ ਆਵੇ ਉਹ ਵੀਜ਼ਾ ਲੈ ਸਕਦਾ। ਬਟ ਜਿਹੜੀ ਨਾਨ SDS ਕੈਟਾਗਰੀਜ਼ ਹੁੰਦੀ ਆ, ਜਿਹਦੇ ਵਿੱਚ ਪਰਸੈਂਟ, ਬੈਂਡ ਸਕੋਰ ਜਾਂ ਗੈਪ ਆ, ਇਦਾਂ ਦੇ ਕੇਸਿਸ ਦੇ ਵਿੱਚ ਨਾ ਇੱਕ ਸਲਾਹਕਾਰ ਚੰਗਾ ਹੋਣਾ ਚਾਹੀਦਾ। ਕਿਉਂਕਿ ਐਪਲੀਕੇਸ਼ਨ ਹੁੰਦੀ ਆ ਜਿਹੜੀ ਨਾਨ SDS, ਉਹਨੂੰ ਏਜੰਟ ਜਸਟੀਫਿਕੇਸ਼ਨ ਇੰਨੀ ਨਹੀਂ ਦੇ ਸਕਦਾ। ਏਜੰਟਸ ਤੇ ਉਹਦੀ ਕੰਪਨੀ, ਇਮੀਗ੍ਰੇਸ਼ਨਸ ਜਿਹੜੀਆਂ ਲਾਇਰਸ ਨੇ, ਜਿਹੜੇ ਇਮੀਗ੍ਰੇਸ਼ਨ ਦੇ ਲਾਇਰਸ ਹੁੰਦੇ ਨੇ ਜਾਂ IRCC ਮੈਂਬਰਸ ਹੁੰਦੇ ਨੇ, ਇਹਨਾਂ ਵੱਲੋਂ ਐਪਲੀਕੇਸ਼ਨ ਨੂੰ ਰੀਪ੍ਰੈਜ਼ੈਂਟ ਕੀਤਾ ਜਾਂਦਾ। ਇਹਨਾਂ ਦੀ ਫੀਸ ਵੀ ਹੁੰਦੀ ਆ, ਕੋਈ $2000 ਲੈਂਦਾ, ਕੋਈ $800, ਕੋਈ $1000। ਬਟ ਏਜੰਟ ਸੋਚਦਾ ਕਿ $1000 ਕਿਸੇ ਨੂੰ ਦੇਣਾ, ਕਿਉਂ ਨਾ ਆਪਾਂ SDS ਕੇਸ ਕਰੀਏ। ਸੋ ਇਹ ਚੀਜ਼ ਦੇਖਦੇ ਹੋਏ ਏਜੰਟ ਆਪਣਾ ਮੁਨਾਫਾ ਦੇਖਦੇ ਹੋਏ
ਉਹ ਨਾਨ ਐਸਡੀਐਸ ਜਾਂ ਈਐਸਐਲ ਕੋਰਸ ਨੂੰ ਨਹੀਂ ਦੱਸਦਾ, ਜੀ ਉਹ ਕਹਿੰਦਾ ਤੁਹਾਡਾ ਵੀਜ਼ਾ ਨਹੀਂ ਆਣਾ ਜੀ। ਹੂੰ ਸੋ ਇਦਾਂ ਦੇ ਜਿਹੜੇ ਕੇਸਿਸ ਨੇ, ਤੁਸੀਂ ਹੈੱਡਕੁਆਟਰ ਦੇ ਪੇਜ ਤੇ ਜਾਓ, ਤੁਹਾਨੂੰ ਇਦਾਂ ਦੇ ਵੀਜ਼ੇ ਦਿਖਣਗੇ ਜਿਨ੍ਹਾਂ ਦੇ ਬੈਂਡ ਬਹੁਤ ਘੱਟ ਸੀ, ਪਰਸੈਂਟ ਲੋ ਸੀ, ਗੈਪ ਬਿਲਕੁਲ ਹੀ 5 ਤੋਂ 6-7 ਸਾਲ ਦਾ ਸੀਗਾ, ਆਪਾਂ ਉਹਦੀ ਜਸਟੀਫਿਕੇਸ਼ਨ ਦੇ ਕੇ ਵੀਜ਼ੇ ਲਿੱਤੇ ਨੇ। ਜੀ 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 ਬਿਲਕੁਲ। ਸੋ ਇਸ ਲਈ ਮੈਂ ਇਹ ਸਵਾਲ ਜ਼ਰੂਰ ਕੀਤਾ ਕਿਉਂਕਿ ਸਾਡੇ ਕੋਲ ਵੀ ਸਟੂਡੈਂਟਸ ਦੇ ਸਵਾਲ ਆ ਰਹੇ ਸੀ। ਸੋ ਤੁਹਾਨੂੰ ਕਲੀਅਰ ਜ਼ਰੂਰ ਹੋ ਗਿਆ ਹੋਵੇਗਾ। ਬਾਕੀ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੋਵੇ ਤੁਸੀਂ ਸ਼ੋਅ ਦੇ ਵਿੱਚ ਆਪਣਾ ਪੱਖ ਰੱਖ ਸਕਦੇ ਹੋ, ਆਪਣਾ ਸਵਾਲ ਜ਼ਰੂਰ ਪੁੱਛ ਸਕਦੇ ਹੋ। ਹਾਲਾਂਕਿ ਕਈ ਵਾਰ ਅਸੀਂ ਸ਼ੋਅ ਦੇ ਵਿੱਚ ਕਾਲ ਰਿਸੀਵ ਨਹੀਂ ਕਰ ਪਾਉਂਦੇ, ਕਈ ਵਾਰੀ ਸਵਾਲ ਦਾ ਜਵਾਬ ਵਧੀਆ ਇੰਨਾ ਕੁ ਜ਼ਰੂਰੀ ਹੁੰਦਾ ਹੈ ਕਿ ਆਪਾਂ ਉਸ ਨੂੰ ਕੱਟ ਨਹੀਂ ਸਕਦੇ। ਸੋ ਮਾਫੀ ਉਹਨਾਂ ਕਾਲਰਸ ਤੋਂ ਵੀ ਅਸੀਂ ਜ਼ਰੂਰ ਚਾਹਾਂਗੇ। ਸੋ ਆਪਾਂ ਜਦੋਂ ਗੱਲ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਚਲੋ ਮੈਂ ਪਹਿਲੇ ਕਾਲ ਰਿਸੀਵ ਕਰ ਲੈਣੀ, ਉਸ ਤੋਂ ਬਾਅਦ ਅਗਲਾ ਸਵਾਲ ਕਰਾਂਗੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਸੁਖਮਨਪ੍ਰੀਤ ਕੌਰ ਗੱਲ ਕਰਦੀ ਪਈ ਹਾਂ ਜੀ, ਜਲੰਧਰ ਤੋਂ। ਜੀ ਕੀ ਸਵਾਲ ਹੈ ਤੁਹਾਡਾ? ਮੈਂ ਮੇਰੀ +2 2021 ਚ ਕੰਪਲੀਟ ਹੋਈ ਹੈ ਜੀ ਐਂਡ ਨਾਨ ਮੈਡੀਕਲ ਸਟਰੀਮ 68% ਮਾਰਕਸ ਨੇ ਜੀ। ਠੀਕ ਹੈ। ਓਵਰਆਲ ਬੈਂਡ ਸਕੋਰ ਮੈਂ ਮੇਰੇ 6.5 ਹੈ, ਬਟ ਲਿਸਨਿੰਗ ਦੇ ਵਿੱਚ ਮੇਰੇ 5.5 ਨੇ ਜੀ। ਓਕੇ ਠੀਕ ਹੈ। ਹਾਂਜੀ, ਮੈਂ ਜਾਣਨਾ ਚਾਹੁੰਦੀ ਹਾਂ ਕਿ ਮੇਰਾ ਕੈਨੇਡਾ ਦਾ ਅਪਲਾਈ ਹੋ ਸਕਦਾ ਸਟੱਡੀ ਵੀਜ਼ਾ ਲਈ ਤੇ ਬਿਲ- ਕੋਰਸ ਕਿਹੜਾ ਮਿਲੇਗਾ ਮੈਨੂੰ? ਬਿਲਕੁਲ ਹੋ ਸਕਦਾ ਮੈਮ। ਤੁਸੀਂ ਪਹਿਲਾਂ ਅਪਲਾਈ ਕੀਤਾ ਕਿਸੇ ਕੰਟਰੀ ਦੇ ਲਈ? ਨਹੀਂ ਸਰ, ਨਹੀਂ ਅਪਲਾਈ ਕੀਤਾ ਜੀ। ਓਕੇ, ਤੁਸੀਂ ਨਾਨ ਮੈਡੀਕਲ ਪਾਸ ਆਊਟ ਕੀਤੀ ਆ +2 ਰਾਈਟ? ਹਾਂਜੀ ਹਾਂਜੀ। ਦੇਖੋ, ਨਾਨ ਮੈਡੀਕਲ ਦੇ ਵਿੱਚ ਤੁਸੀਂ ਟੈਕਨੀਕਲ ਪ੍ਰੋਗਰਾਮ ਲੈ ਸਕਦੇ ਹੋ, ਕੰਪਿਊਟਰ ਦੇ ਲੈ ਸਕਦੇ ਹੋ, ਸਪਲਾਈ ਚੇਨ ਮੈਨੇਜਮੈਂਟ ਲੈ ਸਕਦੇ ਹੋ। ਤੁਹਾਡੀ ਪਰਸੈਂਟ ਜਿੱਦਾਂ 60% ਨੰਬਰ ਨੇ ਤੁਹਾਡੇ ਰਾਈਟ? ਹਾਂਜੀ ਸਰ। ਦੇਖੋ, ਤੁਹਾਡੇ ਪਰਸੈਂਟ ਬਹੁਤ ਅੱਛੇ ਨੇ। ਤੁਸੀਂ ਡਿਪਲੋਮਾ 2 ਈਅਰ ਦਾ ਲੈਣਾ ਚਾਹੁੰਦੇ ਹੋ, ਹਰ ਇੱਕ ਡਿਪਲੋਮੇ ਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲ ਜੂਗੀ। ਬਟ ਆਪਾਂ ਨੂੰ ਦੇਖਣਾ ਪਊਗਾ ਕਿ ਸਕਸੈਸ ਰੇਟ ਤੁਹਾਡਾ ਕਿਹੜੇ ਡਿਪਲੋਮੇ ਦੇ ਵਿੱਚ ਆ। ਜਿੱਦਾਂ 1 ਜੋ 5.5 ਨੇ, ਕੈਨੇਡਾ ਦੇ ਪਬਲਿਕ ਕਾਲਜ ਦੇ ਵਿੱਚ ਤੁਸੀਂ ਜਾਣ ਦੇ ਲਈ ਐਲੀਜੀਬਲ ਹੋ। ਪਬਲਿਕ ਕਾਲਜ ਦੇ ਵਿੱਚ ਤੁਹਾਨੂੰ ESL ਕੋਰਸ ਮਿਲ ਜੂਗਾ, ਇੰਗਲਿਸ਼ ਹੈਜ਼ ਏ ਸੈਕਿੰਡ ਲੈਂਗੁਏਜ ਦਾ। ਉਹ ਤੁਹਾਡਾ 3 to 6 ਮੰਥ ਦਾ ਪ੍ਰੋਗਰਾਮ ਹੋਊਗਾ। ਪਹਿਲਾਂ ਤੁਸੀਂ ਉਹ ਕੋਰਸ ਨੂੰ ਪੜ੍ਹਨਾ, ਉਸ ਤੋਂ ਬਾਅਦ ਆਪਣਾ ਡਿਪਲੋਮਾ ਸਟਾਰਟ ਕਰਨਾ। ਵੀਜ਼ਾ ਆਫਿਸਰ ਨੂੰ ਜਸਟੀਫਿਕੇਸ਼ਨ ਦੇਵਾਂਗੇ, 1 ਚੋਂ 5.5 ਨੇ। ਕੈਨੇਡਾ ਜਾ ਕੇ ਇੰਗਲਿਸ਼ ਕੋਰਸ ਪੜ੍ਹ ਕੇ ਲੈਂਗੁਏਜ ਨੂੰ ਪਰਫੈਕਟ ਕਰਾਂਗੇ, ਫਿਰ ਆਪਣਾ ਡਿਪਲੋਮਾ ਸਟਾਰਟ ਕਰਾਂਗੇ ਠੀਕ ਹੈ ਜੀ। ਇਹਦੇ 'ਚ ਤੁਹਾਡਾ ਵੀਜ਼ਾ ਆ ਜਾਊਗਾ। ਤੁਸੀਂ ਡਾਕੂਮੈਂਟਸ ਲੈ ਕੇ ਆਫਿਸ ਵਿਜ਼ਿਟ ਕਰੋ, ਤੁਹਾਨੂੰ ਜਨਵਰੀ ਇਨਟੇਕ ਦਿਲਾ ਦਾਂਗੇ। ਬਹੁਤ ਅੱਛੀ ਪ੍ਰੋਫਾਈਲ ਆ। ਜੀ 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 ਬਿਲਕੁਲ। ਸੋ ਆਸਟ੍ਰੇਲੀਆ ਦੀ ਪਹਿਲਾਂ ਸ਼ੁਰੂਆਤ ਵਿੱਚ ਜਦੋਂ ਆਪਾਂ ਗੱਲ ਕਰ ਹੀ ਰਹੇ ਹਾਂ ਤਾਂ ਜ਼ਰੂਰ ਜਾਣਨਾ ਚਾਹੂੰਗੀ ਕਿ ਆਸਟ੍ਰੇਲੀਆ ਦੇ ਲਈ ਕਿਹੜੇ ਸਟਰੋਂਗ ਪੁਆਇੰਟ ਹੋਣੇ ਪ੍ਰੋਫਾਈਲ ਵਿੱਚ ਜ਼ਰੂਰੀ ਨੇ ਤਾਂ ਕਿ ਸਟੂਡੈਂਟ ਜਿੰਨੇ ਵੀ ਦਰਸ਼ਕ ਇਹ ਸ਼ੋਅ ਵੇਖ ਰਹੇ ਨੇ ਉਹ ਵੀ ਆਪਣੀ ਸੈਲਫ ਅਸੈਸਮੈਂਟ ਕਰ ਸਕਣ। ਦੇਖੋ, ਆਸਟ੍ਰੇਲੀਆ ਦੇ ਵਿੱਚ ਜਿਹੜਾ ਸਟਰੋਂਗ ਇੱਕ ਰੀਜ਼ਨ ਆ ਜਿਹਦੇ ਵਿੱਚ ਵੀਜ਼ਾ ਮਿਲਦਾ ਤੇ ਵੀਜ਼ਾ ਰਿਫਿਊਜ਼ ਵੀ ਹੁੰਦਾ, ਉਹ ਹੈ ਫੰਡਸ। ਓਕੇ, ਤੁਹਾਡੇ ਫੰਡ ਜੈਨੂਇਨ ਨੇ। ਮੰਨ ਲਓ ਤੁਹਾਡੇ ਕੋਲ 20 ਲੱਖ 15 ਲੱਖ 18 ਲੱਖ ਦੇ ਫੰਡਸ ਹੈਗੇ ਨੇ ਤਾਂ ਤੁਸੀਂ ਵੀਜ਼ਾ ਲੈ ਸਕਦੇ ਹੋ। ਜੇ ਤੁਸੀਂ ਕਿਸੇ ਦਾ 20 ਲੱਖ ਰੁਪਏ ਖਾਤੇ 'ਚ ਪਵਾ ਲਿਆ ਤੇ ਕੱਲ ਨੂੰ ਉਹਨੂੰ ਕਢਵਾਤਾ ਤੇ ਕੱਲੀ ਸਟੇਟਮੈਂਟ ਫਾਈਲ ਚਲਾਤੀ, ਤੁਸੀਂ ਵੀਜ਼ੇ ਦੇ ਹੱਕਦਾਰ ਨਹੀਂ ਹੋ। ਜਦੋਂ ਤੱਕ ਵੀਜ਼ਾ ਨਹੀਂ ਆਉਂਦਾ, ਜਦੋਂ ਤੱਕ ਪਹੁੰਚ ਨਹੀਂ ਜਾਂਦੇ, ਤੁਹਾਡੇ ਫੰਡਸ ਤੁਹਾਡੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਨੇ ਜੀ ਜੀ, ਤਾਂ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਇਆ ਜਾਂਦਾ। ਕਿਉਂਕਿ ਆਸਟ੍ਰੇਲੀਆ ਦੇਖੋ, ਜਿਹੜੀ ਇੱਕ ਕੰਟਰੀ ਆ ਉਹ 5.5 ਤੇ ਵੀ ਵੀਜ਼ਾ ਦਿੰਦੀ ਆ, ਉਹ 5 ਬੈਂਡ ਤੇ ਵੀ ਵੀਜ਼ਾ ਦਿੰਦੀ ਆ, ਉਹ PT ਦੇ 60 ਸਕੋਰ ਤੇ ਵੀ ਵੀਜ਼ਾ ਦਿੰਦੀ ਆ, ਉਹ 35 ਸਕੋਰ ਤੇ ਵੀ ਵੀਜ਼ਾ ਦਿੰਦੀ ਆ। ਉਹਦੀ ਜਸਟੀਫਿਕੇਸ਼ਨ ਦੇਣੀ ਹੁੰਦੀ ਆ। ਜੇ ਤੁਹਾਡੇ ਬਹੁਤ ਜ਼ਿਆਦਾ ਹੀ ਲੋ ਆ ਲੈਂਗੁਏਜ ਸਕੋਰ ਤਾਂ ਤੁਸੀਂ ਐਲੀ ਕੋਰਸ ਚੁਣ ਲਓ। ਐਲੀ ਕੋਰਸ ਕੈਨੇਡਾ ਦੇ ਕੈਨੇਡਾ ਦੇ ਚ ESL ਤੇ ਐਲੀ ਕੋਰਸ ਆਸਟ੍ਰੇਲੀਆ ਦੇ ਵਿੱਚ ਹੈਗਾ। ਤੁਸੀਂ ਜਾ ਕੇ ਹਰ ਇੱਕ ਕਾਲਜ ਯੂਨੀਵਰਸਿਟੀ ਦੀ ਵੈਬਸਾਈਟ ਦੇ ਵਿੱਚ ਵੇਖੋ। ਇਸ ਕੋਰਸ ਦੇ ਨਾਲ ਕੀ ਆ, ਕੋਈ ਇੱਕ ਸਾਈਡ ਇਫੈਕਟ ਵੀ ਨਹੀਂ ਹੈਗਾ, ਇਹਦਾ ਬੈਨੀਫਿਟ ਹੀ ਆ। ਬਸ ਇਹ ਹੈ ਕਿ $1000-2000 ਤੁਹਾਨੂੰ ਇਹਦੀ ਫੀਸ ਪੇ ਕਰਨੀ ਪੈਂਦੀ ਹੁੰਦੀ ਆ। ਸੇਮ ਉਹੀ ਮੋਡਿਊਲ ਨੇ ਜੋ ਤੁਸੀਂ ਇੱਥੇ IELTS PT ਚ ਪੜ੍ਹੇ ਆ। ਤੁਸੀਂ ਉੱਥੇ ਜਾਂਦੇ ਹੋ, ਤੁਸੀਂ ਇਹ ਐਲੀ ਕੋਰਸ ਪੜ੍ਹਦੇ ਹੋ, ਤੁਹਾਡੀ ਲੈਂਗੁਏਜ ਆਟੋਮੈਟਿਕਲੀ ਅੱਛੀ ਹੁੰਦੀ ਆ। ਤੇ ਜਦੋਂ ਤੁਹਾਡੀ ਲੈਂਗੁਏਜ ਅੱਛੀ ਹੋਊਗੀ, ਤੁਹਾਨੂੰ ਅੱਛੀ ਨੌਕਰੀ ਮਿਲੂਗੀ। ਅੱਛਾ, ਤੁਸੀਂ ਕਿਸੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਡਾ ਇੱਕ ਪ੍ਰੋਫਾਈਲ ਬਹੁਤ ਅੱਛੀ ਬਣ ਜਾਊਗੀ ਜੀ। ਤਾਂ ਇਹਦੇ ਨਾਲ ਤੁਹਾਡਾ ਵੀਜ਼ਾ ਸਕਸੈਸ ਰੇਟ ਵੀ ਅੱਛਾ, ਉੱਥੇ ਰਹਿਣ ਦੇ ਵਿੱਚ, ਗੱਲਬਾਤ ਕਰਨ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਹ ਕੋਰਸ ਮਦਦ ਕਰੂਗਾ। ਮੀਨਸ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਗੁਰਮਨਪ੍ਰੀਤ ਕੌਰ ਗੱਲ ਕਰ ਰਹੀ ਹਾਂ ਜੀ, ਜੀ ਕਰਨ ਤੋਂ। ਕੀ ਸਵਾਲ ਹੈ ਤੁਹਾਡਾ? ਮੈਮ BCom ਕੀਤੀ ਹੈ ਮੈਂ
2019 जी मैम ओवरऑल 7 है मैम एक ਮੋਡਿਊਲ ਜੋ ਮੇਰੇ 6 ਹੈ ठीक है ਤੇ ਮੈਮ 2019 ਤੋਂ ਬਾਅਦ ਮੈਂ ਹੁਣ ਕੁਝ ਨਹੀਂ ਕੀਤਾ ਮਤਲਬ ਗੈਪ ਹੈ ਮੇਰਾ ਮੈਂ Okay. ਇਹ ਪੁੱਛਣਾ ਸੀ ਸਰ ਤੋਂ ਕਿ ਕੈਨੇਡਾ ਅਪਲਾਈ ਕਰ ਸਕਦੀ ਹਾਂ ਜਾਂ ਆਸਟ੍ਰੇਲੀਆ ਕਿੱਥੇ ਦਾ ਹੋ ਸਕਦਾ ਮੇਰਾ जी ठीक है ਦੇਖੋ ਤੁਸੀਂ- ਜਿੱਦਾਂ ਦੀ ਤੁਹਾਡੀ ਪ੍ਰੋਫਾਈਲ ਆ ਤੁਸੀਂ ਕੈਨੇਡਾ 'ਚੋਂ ਵੀ ਆਪਣੀ ਸਟੱਡੀ ਕਰ ਸਕਦੇ ਹੋ, ਤੁਸੀਂ ਆਸਟ੍ਰੇਲੀਆ 'ਚ ਵੀ ਕਰ ਸਕਦੇ ਹੋ। ਹੂੰ ਤੁਹਾਡੀ ਪ੍ਰੋਫਾਈਲ ਵੀ ਅੱਛੀ ਆ, ਤੁਹਾਡੇ ਪਰਸੈਂਟ ਵੀ ਅੱਛੇ ਨੇ, ਤੁਹਾਡੇ ਆਇਲਸ ਸਕੋਰ ਵੀ ਅੱਛਾ। ਜਿਹੜਾ ਤੁਹਾਡਾ ਗੈਪ ਆ 19 ਦਾ, ਠੀਕ ਹੈ, ਲਾ ਲਈਏ ਆਪਾਂ 20 ਤੇ 21 ਦੇ ਵਿੱਚ, ਤਾਂ ਆਸਟ੍ਰੇਲੀਆ ਬੰਦ ਹੀ ਰਿਹਾ। ਹੂੰ ਸੋ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਇਹ 2 ਸਾਲ ਦਾ ਗੈਪ ਤਾਂ ਕੋਈ ਕਾਊਂਟ ਹੋਣਾ ਹੀ ਨਹੀਂ ਆ। ਜੇ ਕਾਊਂਟ ਹੁੰਦਾ ਵੀ ਆ ਤਾਂ ਉਹਦੀ ਤੁਸੀਂ ਜਸਟੀਫਿਕੇਸ਼ਨ ਦੇ ਸਕਦੇ ਹੋ, ਤੁਸੀਂ ਜੋ ਵੀ ਕੀਤਾ, ਠੀਕ ਹੈ ਜੀ। ਪਲੱਸ ਤੁਸੀਂ ਆਸਟ੍ਰੇਲੀਆ 'ਚ ਅਪਲਾਈ ਕਰੋਗੇ ਤੁਹਾਨੂੰ ਵੀਜ਼ਾ ਮਿਲ ਜਾਊਗਾ। ਤੁਸੀਂ ਇੱਥੇ ਇਹਨਾਂ ਨੇ ਬੀਕਾਮ ਕੀਤੀ ਸੀ, ਤੁਸੀਂ ਮਾਸਟਰ ਲਈ ਅਪਲਾਈ ਕਰ ਸਕਦੇ ਹੋ। ਹੂੰ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਡਿਪਲੋਮੇ ਜਾਂ ਮਾਸਟਰ ਲਈ ਉੱਥੇ ਵੀ ਅਪਲਾਈ ਕਰ ਸਕਦੇ ਹੋ। ਵੀਜ਼ਾ ਲੈਣਾ ਤੁਹਾਡੇ ਵੀਜ਼ਾ ਜਦੋਂ ਆਪਾਂ ਵੀਜ਼ੇ ਲਈ ਅਪਲਾਈ ਕਰਦੇ ਆ ਨਾ, ਇੱਕ ਵੀਜ਼ਾ ਲੈਣਾ ਚਾਹੁੰਦੇ ਆ, ਹੂੰ ਤੁਹਾਡਾ ਜਿਹੜਾ ਸਲਾਹਕਾਰ ਆ ਜਿਹਨੂੰ ਤੁਸੀਂ ਐਪਲੀਕੇਸ਼ਨ ਦਿੱਤੀ ਆ ਆਪਣੇ ਏਜੰਟ ਨੂੰ, ਉਹ ਅੱਛੇ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਨੂੰ ਰੀਪ੍ਰੈਜ਼ੈਂਟ ਕਰੂਗਾ ਨਾ, ਤੁਹਾਨੂੰ ਵੀਜ਼ਾ ਆਫੀਸਰ ਵੀਜ਼ਾ ਦੇ ਦੂਗਾ। ਜੇ ਤੁਹਾਡੀ ਉਹਨੇ ਫਾਈਲ ਨੂੰ ਰੀਪ੍ਰੈਜ਼ੈਂਟ ਨਹੀਂ ਕੀਤਾ ਤੁਸੀਂ ਈਜ਼ੀਲੀ ਰਿਫਿਊਜ਼ ਹੋ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਮੈਂ ਸ਼ਾਇਦ ਇੱਥੇ ਗੱਲ ਕਰਨਾ ਚਾਹ ਰਹੀ ਸੀ ਕਿ ਤੁਸੀਂ ਪਹਿਲਾਂ ਫੰਡਸ ਨੂੰ ਲੈ ਕੇ ਗੱਲ ਕੀਤੀ ਸੀ ਹੈ ਨਾ। ਜੀ। ਅਗਰ ਆਪਾਂ ਫਰੈਸ਼ ਪ੍ਰੋਫਾਈਲ ਦੀ ਕਿਸੇ ਦੀ ਗੱਲ ਕਰੀਏ, ਫਸਟ ਟਾਈਮ ਤੁਹਾਡੇ ਕੋਲ ਪਹੁੰਚਦੇ ਨੇ, ਕਿੰਨਾ ਕੁ ਟਾਈਮ ਫੰਡਸ ਨੂੰ ਲੈ ਕੇ ਤਿਆਰੀ ਕਰਨ ਵਿੱਚ ਲੱਗ ਜਾਂਦਾ ਹੈ? ਦੇਖੋ ਸਭ ਤੋਂ ਪਹਿਲਾਂ ਫੰਡਸ ਨੇ, ਜਦੋਂ ਕੋਈ ਬਾਹਰ ਜਾਣ ਬਾਰੇ ਸੋਚਦਾ, ਜੀ ਪਰਿਵਾਰਕ ਕੋਈ ਵੀ ਬੰਦਾ ਜਾਂ ਮੈਂ ਆ ਜਾਂ ਤੁਸੀਂ ਹੋ ਜਾਂ ਸਟੂਡੈਂਟਸ ਜਾਣਾ ਚਾਹੁੰਦੇ ਨੇ, ਸਭ ਤੋਂ ਪਹਿਲਾਂ ਉਹ ਫੈਮਿਲੀ ਦੇ ਨਾਲ ਸਲਾਹ ਕਰਦੇ ਨੇ। ਹੂੰ ਪਰਿਵਾਰ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਬਾਹਰ ਪੜ੍ਹਨ ਜਾਣਾ ਚਾਹੁੰਦੇ ਨੇ। ਪਰਿਵਾਰ ਵੇਖਦਾ ਕਿ ਮੇਰੇ ਕੋਲ ਕਿੰਨਾ ਪੈਸਾ ਤੇ ਮੈਂ ਇਹਨੂੰ ਭੇਜ ਸਕਦਾ ਕਿ ਨਹੀਂ ਭੇਜ ਸਕਦਾ। ਜੀ ਜਦੋਂ ਸਟੂਡੈਂਟ ਨੇ ਸੋਚ ਹੀ ਲਿੱਤਾ ਉਹਨੇ ਬਾਹਰ ਜਾਣਾ ਜਾਂ ਉਹ ਆਇਲਸ ਕਰਨ ਦੇ ਲਈ ਸੈਂਟਰ ਦੇ ਵਿੱਚ ਜਾ ਚੁੱਕੇ ਹੋ, ਆਪਣੇ ਫੰਡਸ ਆਪਣੇ ਡਾਕੂਮੈਂਟਸ ਤਿਆਰ ਕਰਨਾ ਸ਼ੁਰੂ ਕਰੇ। ਹੂੰ ਕਿਉਂ ਤੁਸੀਂ ਟਾਈਮ ਵੇਸਟ ਕਰਦੇ ਹੋ? ਇੱਕ ਇੰਡੀਆ ਦੀ ਐਪਲੀਕੇਸ਼ਨ ਆ ਜਿਹੜੀ ਇੰਨਾ ਹੀ ਟਾਈਮ ਲੱਗ ਜਾਂਦਾ ਉਹਨੂੰ ਰੈਡੀ ਕਰਨ ਨੂੰ। ਬਿਲਕੁਲ ਤੁਸੀਂ ਇੰਡੀਆ ਤੋਂ ਬਾਹਰ ਕਿਸੇ ਹੋਰ ਕੰਟਰੀਜ਼ ਦੀ ਜਾਓ, ਦੇਖੋ ਹੈੱਡਕੁਆਟਰ ਇਹ ਨਹੀਂ ਹੈ ਕਿ ਇਕੱਲੇ ਇੰਡੀਆ ਦੀ ਕੰਟਰੀ ਦੇ ਜਿਹੜੇ ਸਟੂਡੈਂਟਸ ਨੂੰ ਬਾਹਰ ਭੇਜ ਰਿਹਾ। ਮੇਰੇ ਕੋਲ ਤੁਸੀਂ ਮਲੇਸ਼ੀਆ ਦੇ ਸਟੂਡੈਂਟਸ ਆਨਲਾਈਨ ਅਪਲਾਈ ਕਰਦੇ ਨੇ, ਉਹਨਾਂ ਨੂੰ ਅਸੀਂ ਕੈਨੇਡਾ ਮੂਵ ਕਰਾ ਰਹੇ ਹਾਂ। ਇੰਡੋਨੇਸ਼ੀਆ ਤੋਂ ਹੋਗੇ, ਚਾਈਨਾ ਤੋਂ ਹੋਗੇ, ਯੂਰਪ ਤੱਕ ਦੇ ਸਾਡੇ ਕੋਲ ਕੇਸਿਸ ਆਉਂਦੇ ਹੁੰਦੇ ਨੇ। ਅਸੀਂ ਜਿਹੜੇ ਵੀ ਸਟੂਡੈਂਟਸ ਨੇ ਜਿੱਥੇ ਵੀ ਜਾਣਾ, ਜਿਹੜੇ ਵੀ ਮੁਲਕ ਚੋਂ ਸਾਡੇ ਨਾਲ ਕੰਟੈਕਟ ਕਰਦੇ ਨੇ, ਅਸੀਂ ਉਹਨਾਂ ਨੂੰ ਭੇਜ ਰਹੇ ਹਾਂ। ਠੀਕ ਹੈ। ਕਿਉਂਕਿ ਇੰਡੀਆ ਦੇ ਸਟੂਡੈਂਟਸ ਜਾਂ ਮੈਂ ਇੰਡੀਆ ਤੋਂ ਬਾਹਰ ਦੇ ਸਟੂਡੈਂਟਸ ਦੀ ਜੇ ਗੱਲ ਕਰਾਂ ਤਾਂ ਜ਼ਮੀਨ ਆਸਮਾਨ ਦਾ ਫਰਕ ਆ। ਪੂਰੇ ਡਾਕੂਮੈਂਟਸ ਰੈਡੀ ਹੁੰਦੇ ਆ ਇੰਡੀਆ ਤੋਂ ਬਾਹਰ ਦੇ ਸਟੂਡੈਂਟਸ ਦੇ। ਜਦੋਂ ਆਪਾਂ ਇੰਡੀਆ ਦੇ ਸਟੂਡੈਂਟਸ ਨਾਲ ਗੱਲ ਕਰਦੇ ਆ, ਉਹਨਾਂ ਦਾ ਸਿਰਫ ਇੱਕ ਪਾਸਪੋਰਟ ਤੇ ਸਟੱਡੀ ਦੇ ਡਾਕੂਮੈਂਟਸ ਹੀ ਆ, ਆਇਲਸ ਸਕੋਰ, ਇਹ ਉਹਨਾਂ ਕੋਲ ਹੁੰਦਾ, ਹੋਰ ਉਹਨਾਂ ਕੋਲ ਕੋਈ ਡਾਕੂਮੈਂਟਸ ਰੈਡੀ ਨਹੀਂ ਹੋਏ ਹੁੰਦੇ। ਸੋ ਜਦੋਂ ਤੁਸੀਂ ਬਾਹਰ ਜਾਣ ਬਾਰੇ ਸੋਚ ਹੀ ਲਿੱਤਾ ਤਾਂ ਤੁਸੀਂ ਆਪਣੇ ਡਾਕੂਮੈਂਟ ਸਟਾਰਟ ਕਰੋ, ਤਿਆਰ ਉਹਨਾਂ ਨੂੰ ਕਰਨਾ ਸ਼ੁਰੂ ਕਰੋ। ਉਹਨਾਂ ਨੂੰ ਤੁਸੀਂ ਕਿੱਥੋਂ ਕਿਵੇਂ ਬਣਵਾਉਣਾ, ਜਿੱਦਾਂ ਐਫੀਡੇਵਿਟਸ ਹੋ ਗਏ, ਫੰਡਸ ਹੋ ਗਏ, ਆਪਣੀ ਫੋਟੋਜ਼ ਹੋ ਗਈਆਂ, ਐਦਾਂ ਦੀਆਂ ਕਾਫੀ ਚੈੱਕਲਿਸਟ ਤੁਹਾਨੂੰ ਆਨਲਾਈਨ ਵੀ ਮਿਲ ਸਕਦੀਆਂ ਨੇ। ਤੁਸੀਂ ਉਸ ਦੇ ਵਿਹਾਰ ਤੇ ਆਪਣੀ ਸਲਾਹਕਾਰ ਨਾਲ ਗੱਲ ਕਰਕੇ ਆਪਣੇ ਡਾਕੂਮੈਂਟ ਸ਼ੁਰੂ ਕਰੋ। ਜਦੋਂ ਤੁਹਾਡੇ ਡਾਕੂਮੈਂਟ ਸ਼ੁਰੂ ਹੋਣਗੇ, ਤੁਹਾਡਾ ਆਫਰ ਆਇਆ, ਤੁਸੀਂ ਫੀਸ ਭਰੀ ਆ ਜਾਂ ਤੁਸੀਂ GIC ਭਰਿਆ ਜਾਂ ਫੰਡ ਸ਼ੋ ਕੀਤਾ, ਆਪਣੀ ਫਾਈਲ ਨੂੰ ਸਬਮਿਟ ਕਰੋ। ਫਾਈਲ ਸਬਮਿਟ ਤੋਂ ਬਾਅਦ ਮੈਡੀਕਲ ਲਓ ਤੁਸੀਂ ਆਸਟ੍ਰੇਲੀਆ ਦੇ ਵਿੱਚ, ਮੈਡੀਕਲ ਤੋਂ ਬਾਅਦ ਤੁਹਾਨੂੰ ਵੀਜ਼ਾ ਮਿਲਦਾ, ਬਾਇਓਮੈਟ੍ਰਿਕ ਤੋਂ ਬਾਅਦ ਤੁਹਾਨੂੰ ਕੈਨੇਡਾ ਵੀਜ਼ਾ ਦੇ ਰਿਹਾ। ਜਦੋਂ ਤੁਸੀਂ ਇੱਥੇ ਡਾਕੂਮੈਂਟਸ 'ਚ ਥੋੜਾ ਜਿਹਾ ਢਿੱਲ ਵਰਤ ਦਿੰਦੇ ਹੋ, ਫਿਰ ਤੁਹਾਡੇ ਵੀਜ਼ੇ 'ਚ ਵੀ ਢਿੱਲ ਵਰਤੀ ਜਾਂਦੀ। ਬਿਲਕੁਲ ਬਿਲਕੁਲ ਸਹੀ ਕਿਹਾ। ਸੋ ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੇਰਾ ਨਾਮ ਸਮੀਰ ਹੈ ਜੀ, ਮੈਂ ਸੰਗਰੂਰ ਤੋਂ ਬੋਲ ਰਿਹਾ। ਜੀ ਸਮੀਰ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੇਰੇ +2 ਦੇ ਵਿੱਚੋਂ ਜੀ ਹੁਣ ਤੱਕ ਨਾ 4 ਸਾਲ ਦਾ ਗੈਪ ਹੈ। ਓਕੇ 2018 ਚ +2 ਕੀਤੀ ਸੀ। ਮੇਰਾ ਆਇਲਸ ਦੇ ਵਿੱਚ ਸਕੋਰ ਜੋ ਹੈ ਉਹ 6 ਈਚ ਹੈ। ਠੀਕ ਹੈ। ਬਟ ਮੇਰੀ ਕੈਨੇਡਾ ਕਾਲਜ ਮੌਂਟਰੀਅਲ ਚ ਪਹਿਲਾਂ ਮੈਂ ਉਹ ਲਾਈ ਸੀ ਤੇ ਮੇਰੇ ਰਿਫਿਊਜ਼ਲ ਆ ਗਈ ਸੀ। ਕਿਸ ਰੀਜ਼ਨ ਨਾਲ ਰਿਫਿਊਜ਼ਲ ਸੀ? ਮੈਮ ਰੀਜ਼ਨ ਤਾਂ ਉਹਦੇ ਤੇ ਸਪੈਸੀਫਾਈਡ ਨਹੀਂ ਸੀਗਾ। ਓਕੇ ਜੋ ਹੁੰਦਾ ਹੈ ਰਿਫਿਊਜ਼ਲ ਲੈਟਰ ਤੇ ਤੁਹਾਨੂੰ ਪਤਾ ਹੀ ਹੈ। ਜੀ 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 ਠੀਕ ਹੈ। ਤੇ ਹੁਣ ਦੁਬਾਰਾ ਕੈਨੇਡਾ ਹੀ ਅਪਲਾਈ ਕਰਨਾ ਚਾਹ ਰਹੇ ਹੋ? ਜੀ ਮੈਮ ਕੈਨੇਡਾ ਹੀ ਅਪਲਾਈ ਕਰਨਾ ਚਾਹੁੰਦਾ ਮੈਂ। ਓਕੇ ਦੇਖੋ ਜਦੋਂ ਤੁਹਾਡੀ ਰਿਫਿਊਜ਼ਲ ਆਈ ਆ, ਤੁਹਾਡੀ ਰਿਫਿਊਜ਼ਲ ਕਿਹੜੇ ਈਅਰ ਦੇ ਵਿੱਚ ਆਈ ਆ? ਰਿਫਿਊਜ਼ਲ ਮੇਰੀ 2020 ਵਿੱਚ ਆਈ ਹੈ ਜੀ। ਓਕੇ 2020 ਦੇ ਵਿੱਚ ਤੁਹਾਡੀ ਰਿਫਿਊਜ਼ਲ ਆ ਚੁੱਕੀ ਆ। ਤੁਹਾਡੀ ਤਾਂ ਹੁਣ ਤੱਕ ਆਇਲਸ ਵੀ ਐਕਸਪਾਇਰ ਹੋ ਚੁੱਕੀ ਹੋਗੀ ਜਾਂ ਤੁਸੀਂ ਦੁਬਾਰੇ ਆਇਲਸ ਕੀਤੀ ਹੈ? ਆਇਲਸ ਤਾਂ ਮੈਂ ਦੁਬਾਰਾ ਕਰ ਚੁੱਕਿਆ। ਓਕੇ ਕਰ ਚੁੱਕੇ ਹੋ, ਠੀਕ ਹੈ ਜੀ। ਐਕਸਪਾਇਰ ਹੋ ਗਈ ਸੀ ਤਾਂ ਹੀ ਮੈਂ ਦੁਬਾਰਾ ਕੀਤੀ ਆਇਲਸ। ਠੀਕ ਹੈ ਜੀ। ਹੁਣ ਤੁਸੀਂ ਜਾਣਾ ਕਿੱਥੇ ਚਾਹੁੰਦੇ ਹੋ ਜੀ? ਮੈਂ ਕੈਨੇਡਾ ਹੀ ਜਾਣਾ ਚਾਹੁੰਦਾ ਜੀ। ਕੈਨੇਡਾ ਦੇ ਕਿਸ ਪ੍ਰੋਵਿੰਸ 'ਚ ਜਾਣਾ ਚਾਹੁੰਦੇ ਹੋ ਜਾਂ ਦੁਬਾਰੇ ਮੌਂਟਰੀਅਲ ਜਾਣਾ ਚਾਹੁੰਦੇ ਹੋ? ਤੁਸੀਂ ਐਲੀਜੀਬਲ ਹੋ ਦੁਬਾਰੇ ਜਾਣ ਦੇ ਲਈ? ਨਹੀਂ, ਹੁਣ ਮੈਂ ਜਾਣਾ ਚਾਹੁੰਦਾ। ਮੈਂ Okay. 20
ਜਾਣ ਦੇ ਵਿੱਚ ਇੰਟਰਸਟਿਡ ਆ। ਓਕੇ, ਤੁਸੀਂ BC ਜਾਣਾ ਚਾਹੁੰਦੇ ਹੋ। ਜਿਹੜਾ ਤੁਹਾਡਾ 4 ਸਾਲ ਦਾ ਗੈਪ ਬਣਿਆ ਸਰ, ਇਹ 4 ਸਾਲ ਦੇ ਵਿੱਚ ਕੀ ਕੀਤਾ ਤੁਸੀਂ? ਤਾਂ ਮੈਂ ਇੱਥੇ ਜਦੋਂ ਮੇਰਾ ਰਿਫਿਊਜ਼ਲ ਆ ਗਿਆ ਸੀ ਤਾਂ ਮੈਂ ਸੋਚਿਆ ਮੈਂ ਇੱਥੇ ਸਟੱਡੀ ਕਰ ਲੈਣਾ, ਓਕੇ, ਪਰ ਫਿਰ ਮੇਰਾ ਮਨ ਹੁਣ ਟਿਕ ਨਹੀਂ ਰਿਹਾ ਇੱਥੇ। ਮੈਂ ਸਟੱਡੀ ਕਰਨੀ ਸਟਾਰਟ ਨਹੀਂ ਕੀਤੀ ਸੀ, ਮੈਂ ਫਿਰ IELTS ਹੀ ਕੀਤੀ ਦੁਬਾਰਾ, ਤੇ ਫਿਰ ਹੁਣ ਮੈਂ ਦੁਬਾਰਾ ਮਨ ਬਣਾਇਆ ਕਿ ਮੈਂ ਦੁਬਾਰਾ ਅਪਲਾਈ ਕਰਦਾ। ਓਕੇ, ਠੀਕ ਹੈ ਜੀ। ਜੀ। ਸੋ ਜਿਹੜਾ ਤੁਹਾਡਾ ਸਵਾਲ ਆ, ਤੁਹਾਡੀ ਪ੍ਰੋਫਾਈਲ ਦੇ ਜੋ ਵੀ ਜਾਣਕਾਰੀ ਆ ਤੁਹਾਨੂੰ ਟੀਵੀ ਸਕਰੀਨ ਤੇ ਮਿਲਦੀ ਆ, ਤੁਸੀਂ ਸੁਣੋ। ਜੀ। ਦੇਖੋ ਐਦਾਂ ਦਾ ਕੇਸ ਆ, 4 ਸਾਲ ਦਾ ਗੈਪ ਪੈ ਚੁੱਕਿਆ, ਸਟੂਡੈਂਟ ਦੀ ਰਿਫਿਊਜ਼ਲ ਆ ਗਈ, Refusal ਹੈ। ਉਹ ਇੱਥੇ ਵੀ ਪੜਦਾ ਪਿਆ ਸੀ ਬਟ ਉਹਦਾ ਦਿਲ ਨਹੀਂ ਮੰਨਦਾ ਪਿਆ ਇੱਥੇ ਪੜਨ ਦੇ ਲਈ। ਸੋ 6 ਈਚ ਬੈਂਡ ਸਕੋਰ ਨੇ ਮੌਂਟਰੀਅਲ ਚੋਂ ਰਿਫਿਊਜ਼ ਹੋ ਚੁੱਕਿਆ। ਰੀਜ਼ਨ ਆਇਆ ਹੋਊਗਾ ਕਿ ਵਾਪਸ ਨਹੀਂ ਆਉਣਾ ਜਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਆ ਕਮੀ ਆ, ਠੀਕ ਹੈ ਜੀ। ਸੋ ਇਦਾਂ ਦਾ ਕੇਸ ਨੂੰ ਜੇ ਆਪਾਂ ਦੁਬਾਰੇ ਮੌਂਟਰੀਅਲ 'ਚ ਰੀਪ੍ਰੈਜ਼ੈਂਟ ਕਰੀਏ ਤਾਂ ਵੀਜ਼ਾ ਆ ਜਾਊਗਾ, ਠੀਕ ਹੈ ਜੀ। ਹੁਣ ਜੇ ਆਪਾਂ ਇਹਨੂੰ ਰੀਪ੍ਰੈਜ਼ੈਂਟ ਕਰੀਏ ਕਿਊਬਿਕ ਤੋਂ ਇਲਾਵਾ BC ਦੇ ਵਿੱਚ 4 ਸਾਲ ਦਾ ਗੈਪ ਹੈ, ਗੈਪ ਦੀ ਜਸਟੀਫਿਕੇਸ਼ਨ ਦਵਾਂਗੇ, ਠੀਕ ਹੈ। ਇਹਨਾਂ 'ਚ ਕੋਈ ਐਸਾ ਨਹੀਂ ਲੱਗਣਾ 6 ਈਚ ਆ। ਜਦੋਂ ਸਟੂਡੈਂਟ ਦੇ 6 ਈਚ ਹੁਣ IELTS ਸਕੋਰ ਜੀ ਤਾਂ ਉਹਨਾਂ ਦੀ ਕਦੇ ਵੀ ਐਪਲੀਕੇਸ਼ਨ 'ਚ ਆਪਾਂ ESL ਕੋਰਸ ਨਹੀਂ ਲਾਉਂਦੇ। ਜੇ ਉਹਨਾਂ ਦੇ 6 ਈਚ ਨਹੀਂ ਹੈਗੇ ਉਦੋਂ ਉਹਨਾਂ ਦੀ ਫਾਈਲ ਦੇ ਵਿੱਚ ESL ਕੋਰਸ ਲੱਗਦਾ। ਠੀਕ ਹੈ। 4 ਸਾਲ ਦੇ ਗੈਪ ਦੀ ਜਸਟੀਫਿਕੇਸ਼ਨ ਦਵਾਂਗੇ, ਵੀਜ਼ਾ ਆਫੀਸਰ ਤੋਂ ਵੀਜ਼ਾ ਲੈ ਕੇ ਦੇ ਦਾਂਗੇ। ਬਹੁਤ ਅੱਛੀ ਪ੍ਰੋਫਾਈਲ ਆ ਇਹਨਾਂ ਦੀ, ਕਿਉਂਕਿ ਮੌਂਟਰੀਅਲ ਦੇ ਵਿੱਚ ਓਵਰਆਲ ਬਹੁਤ ਕੇਸ ਰਿਫਿਊਜ਼ ਹੋਏ ਨੇ। ਅੱਛਾ ਜੀ। ਅੱਧਾ ਪੰਜਾਬ ਰਿਫਿਊਜ਼ ਹੋ ਚੁੱਕਿਆ, ਜਾਲੀ ਰਸੀਦਾਂ ਲੱਗੀਆਂ ਸੀਗੀਆਂ ਉੱਥੇ, CA ਕਿਉਂ ਨਹੀਂ ਮਿਲੇ, ਕਾਲਜ ਸਸਪੈਂਡ ਹੋ ਗਏ ਸੀਗੇ। ਹੁਣ ਆ ਜਿਹੜੀ ਪਿੱਛੇ ਜੀ ਨਿਊਜ਼ ਆਈ ਹੈ ਕਿ ਵਰਕ ਪਰਮਿਟ ਨਹੀਂ ਮਿਲਨੇ ਬਿਲਕੁਲ 1 ਸਤੰਬਰ 2023 ਤੋਂ, ਜਿੱਦਾਂ ਹੁਣ ਆਪਾਂ ਗੱਲ ਕਰਦੇ ਆ ਨਾ ਹੋਰ ਪ੍ਰੋਵਿੰਸਸ ਦੀ, ਬਿਲਕੁਲ। ਤਾਂ ਇੱਧਰ ਪ੍ਰਾਈਵੇਟ ਕਾਲਜਸ ਨੂੰ ਵਰਕ ਪਰਮਿਟ ਨਹੀਂ ਮਿਲਦਾ। ਸੋ ਕਿਊਬਿਕ ਦੇ ਵਿੱਚ ਵਰਕ ਪਰਮਿਟ ਮਿਲਦਾ ਪ੍ਰਾਈਵੇਟ ਕਾਲਜ ਨੂੰ। 1 ਸਤੰਬਰ 2023 ਤੋਂ ਪ੍ਰਾਈਵੇਟ ਕਾਲਜਸ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਕਿਊਬਿਕ ਦੇ ਵਿੱਚ ਪਬਲਿਕ ਕਾਲਜ ਦੇ ਵਿੱਚ ਹੀ ਸਟੂਡੈਂਟ ਜਾਣ ਜਿਨ੍ਹਾਂ ਨੇ ਵਰਕ ਪਰਮਿਟ ਲੈਣਾ। ਜੀ 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 ਬਿਲਕੁਲ। ਸੋ ਜ਼ਰੂਰ ਤੁਸੀਂ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖੋ। ਕਿਊਬਿਕ ਨੂੰ ਲੈ ਕੇ ਸਾਡੇ ਕੋਲ ਵੀ ਬਹੁਤ ਸਵਾਲ ਆਉਂਦੇ ਨੇ। ਸੋ 2023 ਸਤੰਬਰ ਤੱਕ ਹਲੇ ਕੁਝ ਚੇਂਜਸ ਨਹੀਂ ਹੈ। 2023 ਸਤੰਬਰ ਦੇ ਵਿੱਚ ਜੋ ਹੈ ਚੇਂਜ ਹੋਣਗੇ ਵਰਕ ਪਰਮਿਟ ਨੂੰ ਲੈ ਕੇ ਰੂਲਸ। ਸੋ ਉਸ ਤੋਂ ਪਹਿਲਾਂ ਤੁਸੀਂ ਅਪਲਾਈ ਜ਼ਰੂਰ ਕਰ ਸਕਦੇ ਹੋ। ਆਪਾਂ ਸਵਾਲ ਮੈਂ ਕਰਨਾ ਚਾਹ ਰਹੀ ਸੀ ਇੱਕ ਪੈਕੇਜ ਨੂੰ ਲੈ ਕੇ, ਉਹ ਵੀ ਦਰਸ਼ਕਾਂ ਦਾ ਸਵਾਲ ਅਕਸਰ ਸਾਡੇ ਨਾਲ ਬਣਿਆ ਰਹਿੰਦਾ ਹੈ ਕਿ ਪੈਕੇਜ ਕਰਨਾ ਸਟੱਡੀ ਵੀਜ਼ਾ ਲਈ ਕਿੰਨਾ ਕੁ ਸਿਕਿਉਰ ਹੈ ਜਾਂ ਕਿੰਨਾ ਕੁ ਰਿਸਕੀ ਹੈ। ਦੇਖੋ ਪਿਛਲੀ ਕਾਲ ਦੇ ਆਪਾਂ ਜਾਈਏ ਜੀ ਤਾਂ ਕਿਊਬਿਕ 'ਚ ਜਿਹੜਾ ਵੀਜ਼ਾ ਰਿਫਿਊਜ਼ ਹੋਇਆ ਪੈਕੇਜ ਦੇ ਉੱਤੇ ਹੋਇਆ। ਹੂੰ ਕਾਲਜ ਫੀਸ ਦਾ ਪੈਕੇਜ ਹੋ ਗਿਆ ਜੀ। ਕਾਲਜ ਤੋਂ ਜਾਲੀ ਰਸੀਦਾਂ ਲਿੱਤੀਆਂ ਗਈਆਂ, ਜਦੋਂ ਗਵਰਨਮੈਂਟ ਨੇ TT ਰਿਸਿਪਟਾਂ ਮੰਗੀਆਂ ਕਾਲਜ ਨਹੀਂ ਦੇ ਸਕਿਆ। ਏਜੰਟ ਨੂੰ ਜਾਂ ਪੈਕੇਜ ਦੇ ਵਿੱਚ ਕੀ ਹੁੰਦਾ, ਕੋਈ ਵੀ ਏਜੰਟ ਤੁਹਾਡੇ ਕੇਸ ਦੇ ਵਿੱਚ ਪੈਸਾ ਨਹੀਂ ਪਹਿਲਾਂ ਲਾਉਂਦਾ, ਇਹਦੀ ਮੈਂ ਤੁਹਾਨੂੰ ਸ਼ੋਰਟੀ ਦੇ ਰਿਹਾ ਜੀ। ਇੱਕ ਕੇਸ ਤੇ 8 ਤੋਂ 10 ਲੱਖ ਦਾ ਪੈਕੇਜ ਹੁੰਦਾ ਕਾਲਜ ਫੀਸ ਦਾ। 10 ਕਰੋੜ ਤੁਸੀਂ 20 ਕਰੋੜ ਦਾ ਬਿਜ਼ਨਸ ਆਪਾਂ ਪੈਕੇਜ ਬਣਾ ਲੈਂਦੇ ਆ, ਕਿਹੜਾ ਏਜੰਟ ਤੇ ਏਡਾ ਇਨਵੈਸਟਮੈਂਟ ਕਰ ਦੂਗਾ? ਇਹ ਤੁਹਾਨੂੰ ਇੱਕ ਬੇਵਕੂਫ ਬਣਾਇਆ ਜਾਂਦਾ ਪੈਕੇਜ ਦੇ ਨਾਂ ਦੇ ਉੱਤੇ। ਵੀਜ਼ਾ ਪੈਕੇਜ ਤੇ ਨਹੀਂ ਆਉਂਦਾ, ਤੁਹਾਡੀ ਪ੍ਰੋਫਾਈਲ ਦੇ ਉੱਤੇ ਆ ਰਿਹਾ ਜੀ। ਕਿਉਂਕਿ ਹੁਣ ਮੌਂਟਰੀਅਲ ਦੇ ਵਿੱਚ ਜਾਲੀ ਰਸੀਦਾਂ ਲੱਗੀਆਂ ਸੀ ਪੈਕੇਜ ਦੇ ਨਾਂ ਤੇ। ਅੱਛੀ ਪ੍ਰੋਫਾਈਲਾਂ ਵੀ ਰਿਫਿਊਜ਼ ਹੋਈਆਂ ਨੇ। ਪੈਕੇਜ ਨਾ ਕਰੋ, ਤੁਹਾਡੀ ਖੁਦ ਦੀ ਫੀਸ ਆ, ਕਾਲਜ ਨੂੰ ਭਰ ਦਿਓ। GIC ਆਪਣੇ ਅਕਾਊਂਟ ਤੋਂ ਤੁਸੀਂ ਬੈਂਕ ਨੂੰ ਭਰੋ, ਆਪਣਾ ਸਾਰਾ ਕੁਝ ਖੁਦ ਆਪ ਪੇ ਕਰੋ ਜੀ। ਪੈਕੇਜ ਇੱਕ ਲੋਟਰੀ ਸਿਸਟਮ ਆ, ਬਿਨਾ ਫੀਸ ਭਰੇ ਤੁਹਾਡੀ ਫਾਈਲ ਆ ਜਾਊਗੀ, ਵੀਜ਼ਾ ਆ ਗਿਆ ਠੀਕ ਆ, ਨਹੀਂ ਆਇਆ ਤਾਂ ਤੁਹਾਡਾ ਨੁਕਸਾਨ ਆ ਤੇ ਤੁਹਾਡੇ ਏਜੰਟ ਦਾ ਮੁਨਾਫਾ। ਜੇ ਸੋਚ 2 ਦਾ ਵੀ ਵੀਜ਼ਾ ਆ ਗਿਆ ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਗੁਰਲੀਨ ਗੱਲ ਕਰ ਰਹੀ ਹਾਂ ਜੀ ਸੁਨਾਮ ਤੋਂ। ਜੀ ਗੁਰਲੀਨ ਜੀ, ਕੀ ਸਵਾਲ ਹੈ ਤੁਹਾਡਾ? ਮੈਮ ਮੈਂ ਨਾ +2 ਕੀਤੀ ਹੈ ਜੀ 21 ਦੇ ਵਿੱਚ। ਠੀਕ ਹੈ ਹਾਂਜੀ, ਮੇਰੇ 78% ਮਾਰਕਸ ਸੀ ਜੀ। ਜੀ। ਹਾਂਜੀ Hello? ਹਾਂਜੀ ਹਾਂਜੀ। ਮੈਡੀਕਲ ਦੀ ਸਟੂਡੈਂਟ ਆ ਮੈਮ ਮੈਂ। ਉਸ ਤੋਂ ਬਾਅਦ ਮੈਂ IELTS ਕੀਤੀ ਸੀ ਜੀ। ਕਿੰਨਾ ਸਕੋਰ ਹੈ ਇਸਦਾ? ਮੈਮ ਮੇਰੇ ਓਵਰਆਲ ਤਾਂ 6 ਨੇ, ਇੱਕ ਮੋਡਿਊਲ ਚ 5.5 ਨੇ ਜੀ। ਠੀਕ ਹੈ। ਕੈਨੇਡਾ ਦੇ ਕਿਸ ਪ੍ਰੋਵਿੰਸ 'ਚ ਜਾਣਾ ਚਾਹੁੰਦੇ ਹੋ ਤੁਸੀਂ? ਸਰ BC ਵੱਲੋਂ ਦੇਖ ਰਹੀ ਹਾਂ ਮੈਂ, ਕੀ ਹੋ ਜਾਏਗਾ ਮੇਰਾ BC ਦਾ ਜੀ? ਬਿਲਕੁਲ ਮੈਮ, ਹੋ ਜਾਊਗਾ। ਤੁਸੀਂ ਐਲੀਜੀਬਲ ਹੋ ਕੈਨੇਡਾ ਦੇ ਲਈ। ਦੇਖੋ ਜੇ ਹੁਣ ਆਪਾਂ ਗੱਲ ਕਰਦੇ ਇਸ ਪ੍ਰੋਫਾਈਲ ਦੀ, ਇਹਦੇ 6 ਈਚ ਨਹੀਂ ਹੈਗੇ ਨੇ। ਸਰ ਮੇਰਾ ਇੱਕ ਸਵਾਲ ਹੋਰ ਸੀ ਜੀ, ਜੀ। ਕਿਹੜਾ ਇਨਟੇਕ ਤੇ ਕਿਹੜਾ ਕੋਰਸ ਮਿਲੇਗਾ ਜੀ? ਦੇਖੋ ਮੈਡੀਕਲ ਤੁਸੀਂ ਕੀਤਾ ਹੋਇਆ, ਤੁਸੀਂ ਹੈਲਥ ਕੇਅਰ ਪੜ੍ਹ ਸਕਦੇ ਹੋ, ਠੀਕ ਹੈ। ਆਪਸ਼ਨਸ ਤੁਹਾਡੇ ਲਈ ਬਹੁਤ ਅੱਛੀਆਂ ਨੇ ਕਿਉਂਕਿ ਮੈਨੂੰ ਵੇਖਣਾ ਪੈਣਾ ਤੁਹਾਡੀ ਪ੍ਰੋਫਾਈਲ ਨੂੰ ਕਿ ਤੁਹਾਨੂੰ ਕਿਹੜਾ ਇਨਟੇਕ ਮਿਲ ਰਿਹਾ। ਜੇ ਸਤੰਬਰ ਦੀ ਗੱਲ ਕਰੀਏ ਤਾਂ ਸਤੰਬਰ ਦੇ ਵਿੱਚ ਰਹੀ 2 ਮਹੀਨੇ ਗਏ ਨੇ ਬਿਲਕੁਲ। ਤੇ ਸਤੰਬਰ ਦਾ ਦੇਖੋ ਤੁਹਾਨੂੰ ਮਿਲਣਾ ਹੀ ਨਹੀਂ ਹੈ, ਤਾਂ ਸਤੰਬਰ ਲਈ ਤੁਸੀਂ ਅਪਲਾਈ ਨਾ ਕਰੋ।
ਤੁਸੀਂ ਜਨਵਰੀ ਲਈ ਅਪਲਾਈ ਕਰੋ। ਤੁਹਾਨੂੰ ਜਿਹੜਾ ਕੋਰਸ ਆ ਹੈਲਥ ਕੇਅਰ ਕੋਰਸ ਦੇ ਵਿੱਚ ਡਿਮਾਂਡ ਬਹੁਤ ਅੱਛੀ ਆ। ਬਿਲਕੁਲ ਇਹਦੇ 'ਚ ਤੁਹਾਡਾ ਵੀਜ਼ਾ ਸਕਸੈਸ ਰੇਟ ਵੀ ਅੱਛਾ, ਤੁਸੀਂ ਉੱਥੇ ਸਟੱਡੀ ਕਰਦੇ ਹੋ, ਸਟੱਡੀ ਤੋਂ ਬਾਅਦ ਤੁਹਾਨੂੰ ਜੌਬ ਵੀ ਬਹੁਤ ਅੱਛੀ ਮਿਲਦੀ ਆ ਤੇ ਤੁਹਾਡੀ ਸੈਲਰੀ ਵੀ ਅੱਛੀ ਹੁੰਦੀ ਆ, ਤੁਹਾਨੂੰ ਪੀਆਰ 'ਚ ਵੀ ਬਹੁਤ ਅੱਛੇ ਪੁਆਇੰਟਸ ਮਿਲਦੇ ਨੇ। ਹੁਣ ਇਹਨਾਂ ਦੇ ਇੱਕ 'ਚੋਂ 5.5 ਬੈਂਡ ਨੇ, ਓਵਰਆਲ 6 ਨੇ, 1 ਮੋਡਿਊਲ 5.5 ESL ਕੋਰਸ ਲੱਗੂਗਾ, ਵੀਜ਼ਾ ਆ ਜਾਊਗਾ, ਬਿਨਾ ESL ਤੋਂ ਰਿਫਿਊਜ਼ ਆ। ਓਕੇ ਫਾਈਲ ਸਿੰਪਲ ਆ, ESL ਕੋਰਸ ਲਾਵਾਂਗੇ, ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਦਾ, ਵੀਜ਼ਾ ਆਫਿਸਰ ਨੂੰ ਕਵਾਂਗੇ ਉੱਥੇ ਜਾ ਕੇ ਅਸੀਂ ਆਇਲਸ ਕਰਾਂਗੇ, ਆਪਣੀ ਲੈਂਗੁਏਜ ਨੂੰ ਪਰਫੈਕਟ ਕਰਾਂਗੇ, ਲੈਵਲ 1 ਤੱਕ ਲੈ ਕੇ ਜਾਵਾਂਗੇ ਆਪਣੀ ਲੈਂਗੁਏਜ ਨੂੰ। ਤੇ ਜਿਹੜਾ ਅਸੀਂ ਕੋਰਸ ਲੈ ਰਹੇ ਹਾਂ ਮੈਡੀਕਲ ਦਾ ਡਿਪਲੋਮਾ 2 ਈਅਰ ਦਾ ਲੈਣ ਚਾਹੇ ਡਿਗਰੀ ਲੈਣ, ਜਸਟੀਫਿਕੇਸ਼ਨ ਦੇ ਕੇ ਵੀਜ਼ਾ ਮਿਲ ਜੂਗਾ। ਬਿਨਾ ESL ਤੋਂ ਇਸ ਪ੍ਰੋਫਾਈਲ ਦੇ ਵਿੱਚ ਵੀਜ਼ਾ ਨਹੀਂ ਆਉਣਾ ਜੀ। ਯਾਨੀ ਕਿ ਓਵਰਆਲ 6 ਇੱਕ 'ਚ 5.5 ਹੈ ਤਾਂ ਤੁਸੀਂ ESL ਕੋਰਸ ਲਗਾ ਕੇ ਆਪਣੀ ਪ੍ਰੋਫਾਈਲ ਨੂੰ ਇੱਕ ਸਟਰੈਂਥ ਦੇ ਸਕਦੇ ਹੋ ਤਾਂ ਕਿ ਵੀਜ਼ਾ ਸਕਸੈਸ ਰੇਟ ਤੁਹਾਡਾ ਵਧੀਆ ਰਹੇ, ਤੁਹਾਡਾ ਸਕਸੈਸਫੁਲੀ ਜੋ ਹੈ ਸਟੱਡੀ ਵੀਜ਼ਾ ਲੱਗ ਜਾਏ। ਤੇ ਹੋਰ ਆਪਾਂ ਕੈਨੇਡਾ ਦੀ ਜਦ ਗੱਲ ਕਰਦੇ ਹਾਂ, SOP ਦੀ ਗੱਲ ਕਰਦੇ ਹਾਂ, ਤਾਂ SOP ਲਈ ਕਿਹੜੀ ਚੀਜ਼ਾਂ ਬਹੁਤ ਜ਼ਰੂਰੀ ਨੇ? ਕਿਉਂਕਿ ਮੇਨ ਚੀਜ਼ ਕੈਨੇਡਾ ਦੀ ਫਾਈਲਿੰਗ ਦੇ ਲਈ SOP ਰਹਿੰਦੀ ਹੈ, ਤਾਂ SOP ਦੇ ਕਿਹੜੇ ਪੁਆਇੰਟ ਸਟਰੋਂਗ ਹੋਣੇ ਬਹੁਤ ਜ਼ਰੂਰੀ ਹੈ? ਤੇ ਸਾਰੇ ਜਾਣਦੇ ਆ ਕਿ ਜੈਨੂਇਨ ਹੋਣਾ ਬਹੁਤ ਜ਼ਰੂਰੀ ਹੈ। ਹੋਰ ਕਿਹੜੇ ਫੈਕਟਰਸ ਕੰਮ ਕਰਦੇ ਨੇ? ਦੇਖੋ SOP ਨੂੰ ਨਾ ਇੱਕ ਕਾਪੀ ਪੇਸਟ ਬਣਾਇਆ ਗਿਆ। ਇੱਕ ਕੰਪਨੀ ਦੇ ਸਟੂਡੈਂਟ, ਇੱਕ ਕੰਪਨੀ ਆ ਉਹਦੇ ਵਿੱਚ ਇੱਕ ਸਟੂਡੈਂਟ ਨੇ ਅਪਲਾਈ ਕੀਤਾ ਸੀ, ਉਹਦਾ ਵੀਜ਼ਾ ਆ ਗਿਆ, ਪੂਰੀ ਕੰਪਨੀ ਉਹਦੀ SOP ਨੂੰ ਕਾਪੀ ਕਰੂਗੀ। SOP ਇੱਕ ਸਟੇਟਮੈਂਟ ਆਫ ਦਾ ਪਰਪਸ ਆ। ਹਰ ਇੱਕ ਸਟੂਡੈਂਟ ਦਾ ਸਟੇਟਮੈਂਟ ਆਫ ਦਾ ਪਰਪਸ ਵੱਖਰਾ ਹੁੰਦਾ। ਦੇਖੋ ਤੁਸੀਂ ਕਿਸ ਪਰਪਸ ਲਈ ਕੈਨੇਡਾ ਚੱਲੇ ਹੋ, ਮੈਂ ਕਿਸ ਪਰਪਸ ਲਈ ਚੱਲਿਆ। ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਸਟੂਡੈਂਟਸ ਨੇ, ਹਰ ਇੱਕ ਦਾ ਘਰ ਛੱਡ ਕੇ, ਦੇਸ਼ ਛੱਡ ਕੇ ਵਿਦੇਸ਼ 'ਚ ਪੜ੍ਹਨ ਜਾਣ ਦਾ ਇੱਕ ਰੀਜ਼ਨ ਹੁੰਦਾ ਜੀ। ਜਦੋਂ ਤੁਸੀਂ ਦੂਜੇ ਦੇ ਰੀਜ਼ਨ ਨੂੰ ਕਾਪੀ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਨਹੀਂ ਹੁੰਦਾ। ਤੁਸੀਂ ਆਪਣਾ ਜੈਨੂਇਨ ਰੀਜ਼ਨ ਦਿਓ, ਆਪਣੀ ਪ੍ਰੋਫਾਈਲ ਆ ਜਿਹੜੀ ਉਹਦੀ ਪੂਰਾ ਰੀਪ੍ਰੈਜ਼ੈਂਟ ਕਰੋ SOP 'ਚ। ਤੁਹਾਨੂੰ ਕਿੰਨੇ % ਨੰਬਰ ਨੇ, ਆਇਲਸ 'ਚੋਂ ਕੀ ਸਕੋਰ ਆ, ਜੇ ਤੁਹਾਡੇ ਈਚ 6 ਨੇ ਤੁਸੀਂ ਕਿਹੜਾ ਕਾਲਜ ਕਿਹੜਾ ਕੋਰਸ ਚੁਣਿਆ, ਜੇ ਓਵਰਆਲ 5.5 ਨੇ, ਇੱਕ 'ਚੋਂ 5.5 ਨੇ ਤੁਸੀਂ ਕਾਲਜ ਦੇ ਵਿੱਚ ESL ਕੋਰਸ ਚੁਣਿਆ, ESL ਕੋਰਸ ਚੁਣਿਆ, ਉਹਨੂੰ ਕਿਉਂ ਚੁਣਿਆ ਉਹ SOP 'ਚ ਰੀਪ੍ਰੈਜ਼ੈਂਟ ਕਰੋ। ਜਿਹੜਾ ਡਿਪਲੋਮਾ ਜਾਂ ਡਿਗਰੀ ਤੁਸੀਂ ਲਿੱਤੀ ਆ ਉਹਨੂੰ SOP 'ਚ ਰੀਪ੍ਰੈਜ਼ੈਂਟ ਕਰੋ, ਕਿਉਂ ਉੱਥੇ ਪੜ੍ਹਨ ਜਾ ਰਹੇ ਹੋ, ਉੱਥੇ ਕਾਲਜ 'ਚ ਵਿੱਚ ਇਹ ਕੋਰਸ ਪੜ੍ਹ ਕੇ ਇੰਡੀਆ ਕਿਉਂ ਵਾਪਸ ਆਉਂਗੇ, ਇੰਡੀਆ ਦੇ ਵਿੱਚ ਆ ਕੇ ਕੋਰਸ ਪੜ੍ਹ ਕੇ ਉੱਥੋਂ ਕੀ ਕਰੋਗੇ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਇਨਕਮ ਕੀ ਆ, ਤੁਹਾਡੇ ਮਾਤਾ ਪਿਤਾ ਕੀ ਕਰਦੇ ਨੇ, ਤੁਹਾਡੇ ਭੈਣ ਭਰਾ ਕੀ ਨੇ, ਤੁਸੀਂ ਕਿੰਨੀ ਕਾਲਜ ਦੀ ਫੀਸ ਭਰੀ ਆ, ਤੁਹਾਡਾ GIC ਕਿੰਨਾ ਤੁਸੀਂ ਪੇ ਕੀਤਾ, ਫੰਡ ਤੁਸੀਂ ਕਿੰਨੇ ਲਾਏ ਆ, ਸਾਰਾ ਕੁਝ ਜਸਟੀਫਿਕੇਸ਼ਨ ਦਿਓ ਜੀ। ਇਹ ਨਾ ਸੋਚੋ ਕਿ ਅਸੀਂ ਬਹੁਤ 5 ਪੇਜ ਭਰਦੀ SOP ਦੇ 7 ਪੇਜ ਭਰਦੀ ਹੈ। SOP ਦਾ ਇੱਕ ਪੇਜ ਵੀ ਤੁਹਾਨੂੰ ਵੀਜ਼ੇ ਦੇ ਹੱਕਦਾਰ ਬਣਾਉਂਦਾ ਜੇ ਅੱਛੇ ਤਰੀਕੇ ਨਾਲ ਰੀਪ੍ਰੈਜ਼ੈਂਟ ਕੀਤੀ ਹੋਗੀ SOP ਤੇ ਫਾਈਲ ਤੁਹਾਡੀ ਵੀਜ਼ੇ ਦੇ ਮੁਕਾਮ ਤੱਕ ਤੁਹਾਨੂੰ ਪਹੁੰਚਾਇਆ ਜਾਂਦਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਤੁਹਾਨੂੰ ਦੱਸ ਦਈਏ ਹੈੱਡਕੁਆਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਆਫਿਸ ਪਟਿਆਲਾ ਵਿੱਚ ਹੈ, ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ। ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜੀ? ਕੀ ਸਵਾਲ ਹੈ ਤੁਹਾਡਾ? ਤੁਸੀਂ ਆਇਲਸ ਕਲੀਅਰ ਕੀਤਾ ਹੈ? ਕਿੰਨਾ ਸਕੋਰ ਹੈ? ਕਿੰਨਾ? 4.5। ਓਕੇ ਠੀਕ ਹੈ। ਤੁਹਾਡੇ 7.5 ਬੈਂਡ ਨੇ, ਤੁਸੀਂ BTech ਦੇ ਵਿੱਚ ਕਿੰਨੇ % ਦੇ ਨਾਲ ਪਾਸ ਹੋ, ਕਿਹੜੇ ਈਅਰ 'ਚ ਪਾਸ ਹੋ ਚੁੱਕੇ ਹੋ? ਸਰ ਮੈਂ 2020 ਪਾਸ ਆਊਟ ਹਾਂ। ਓਕੇ, % ਕੀ ਸੀ ਤੁਹਾਡੇ? ਫਸਟ ਡਿਵੀਜ਼ਨ ਹੈ, ਅਪਰੋਕਸੀਮੇਟਲੀ 79. 79 ਬਹੁਤ ਅੱਛੇ ਤੁਹਾਡੇ % ਨੇ। ਤੁਸੀਂ ਕੈਨੇਡਾ ਦੇ ਕਿਸ ਪ੍ਰੋਵਿੰਸ 'ਚ ਜਾਣਾ ਚਾਹੁੰਦੇ ਹੋ? ਪ੍ਰੋਵਿੰਸ 'ਚ ਜੇ ਕੋਈ ਇਦਾਂ ਕੋਈ ਸਪੈਸੀਫਿਕ ਸਿਲੈਕਸ਼ਨ ਨਹੀਂ ਹੈ, ਬਟ ਮੈਨੂੰ ਆ ਚਾਹੀਦਾ ਕਿ ਮੇਰੀ ਜਿਹੜੀ ਪ੍ਰੋਫਾਈਲ ਹੈ ਉਹ ਅੱਗੇ ਸਕੋਪ ਹੈ ਵੀ PR 'ਚ ਨਹੀਂ ਹੈ। ਦੇਖੋ ਤੁਹਾਡਾ ਜਿਹੜਾ ਸਕੋਪ ਆ ਬਹੁਤ ਅੱਛਾ ਹੋਊਗਾ। ਤੁਹਾਡੀ ਜਿਹੜੀ ਸਟਰੀਮ ਆ BTech, ਠੀਕ ਹੈ ਜੀ। ਤੁਸੀਂ ਮਾਸਟਰ ਪੜ੍ਹਨਾ ਚਾਹੋਗੇ ਜਾਂ ਤੁਸੀਂ ਡਿਪਲੋਮਾ ਪੜ੍ਹਨਾ ਚਾਹੋਗੇ ਕੈਨੇਡਾ ਦੇ? ਓਕੇ ਸਰ, ਤੁਸੀਂ ਕੀ ਪੜ੍ਹਨਾ ਚਾਹੋਗੇ, ਡਿਪਲੋਮਾ ਜਾਂ ਮਾਸਟਰਸ? ਮੈਂ ਚਾਹੁੰਦਾ ਜਦ ਮੈਨੂੰ 2 ਈਅਰ ਮਿਨੀਮਮ ਕੋਈ ਵੀ ਸਟੱਡੀ ਚਾਹੀਦੀ ਹੈ। ਓਕੇ, ਤੁਹਾਨੂੰ 2 ਡਿਪਲੋਮਾ ਹੋਵੇ ਜਾਂ ਫਿਰ ਮਾਸਟਰ ਹੋਵੇ। ਠੀਕ ਹੈ ਸਰ, ਤੁਹਾਡੇ ਜਿਹੜਾ ਸਵਾਲ ਹੈ ਇਹਦਾ ਤੁਹਾਨੂੰ ਆਨਸਰ ਮਿਲਦਾ ਟੀਵੀ ਸਕਰੀਨ ਤੇ। ਦੇਖੋ ਬਹੁਤ ਅੱਛੀ ਪ੍ਰੋਫਾਈਲ ਆ, ਸਟੂਡੈਂਟ ਦੇ % ਵੀ ਅੱਛੇ ਨੇ, ਗੈਪ ਵੀ ਸਟੱਡੀ ਦੇ ਵਿੱਚ ਕੋਈ ਵੀ ਨਹੀਂ ਆ। ਆਇਲ ਸਕੋਰ ਓਵਰਆਲ 7.5 ਬੈਂਡ ਨੇ ਜੀ।
ਐਦਾਂ ਦੇ ਕੇਸਿਸ ਤੇ ਐਦਾਂ ਦੇ ਬੈਂਡ ਸਕੋਰ ਬਹੁਤ ਘੱਟ ਮਾਰਕੀਟ ਬਹੁਤ ਦੇ ਵਿੱਚ rare, ਦਿਖਦੇ ਬਿਲਕੁਲ, ਨੇ। ਸੋ ਬਿਲਕੁਲ। ਸਟੂਡੈਂਟਸ ਨੇ ਦੇਖੋ, ਇਹ ਸਟੂਡੈਂਟਸ ਨੇ ਪੜ੍ਹਾਈ ਤੇ ਵੀ ਸਮਾਂ ਲਾਇਆ, ਆਪਣੀ ਲੈਂਗੁਏਜ ਨੂੰ ਪਰਫੈਕਟ ਕਰਨ ਤੇ ਵੀ ਸਮਾਂ ਲਾਇਆ। ਹੁਣ ਸਟੂਡੈਂਟ ਦਾ ਸਵਾਲ ਕੀ ਸੀ ਕਿ ਮੈਂ ਜਿਹੜਾ ਕੋਰਸ ਲੈ ਕੇ ਜਾਵਾਂ ਕੀ ਉਹਦਾ ਕੈਨੇਡਾ ਦੇ ਵਿੱਚ ਕੀ ਸਕੋਪ ਹੋਊਗਾ। ਬੀਟੈਕ ਕੀਤੀ ਆ ਕੈਨੇਡਾ ਦੇ ਵਿੱਚ, ਇਹਦਾ ਕੀ ਸਕੋਪ ਆ, ਕਿ ਮੈਨੂੰ ਕਿਹੜਾ ਪ੍ਰੋਗਰਾਮ ਮਿਲੂਗਾ। ਹੁਣ ਇਹ ਸਟੂਡੈਂਟਸ ਦਾ ਦੇਖੋ ਇੱਕੋ ਹੀ ਸਵਾਲ ਸੀ। ਹੁਣ ਸਟੂਡੈਂਟ ਇੱਥੇ ਨੈਗੇਟਿਵ ਵੀ ਹੋ ਸਕਦਾ। ਇੱਕ ਸਟੂਡੈਂਟ ਚਾਹੁੰਦੇ ਨੇ ਕਿ ਸਾਨੂੰ 2 ਸਾਲ ਦੀ ਸਟੱਡੀ ਚਾਹੀਦੀ ਹੈ ਜੀ, ਬਟ ਕੈਨੇਡਾ 'ਚ ਜੇ ਇਹਨੂੰ 1 ਈਅਰ ਦੀ ਸਟੱਡੀ ਮਿਲੂਗੀ, ਇਹ ਸਟੂਡੈਂਟ ਕਹੂਗਾ ਨਹੀਂ ਜੀ ਮੈਂ ਇੱਥੇ ਨਹੀਂ ਅਪਲਾਈ ਕਰਨਾ, ਮੈਂ ਉਹ ਏਜੰਟ ਕੋਲ ਅਪਲਾਈ ਕਰੂੰਗਾ ਜਿਹੜਾ ਮੈਨੂੰ 2 ਸਾਲ ਦੀ ਪੜ੍ਹਾਈ ਦਿਲਾਊਗਾ। ਬਿਲਕੁਲ। ਇਹਨਾਂ ਨੇ ਦੇਖੋ ਡਿਗਰੀ ਕੀਤੀ ਹੋਈ ਆ, ਬੈਚਲਰ ਇੰਡੀਆ ਤੋਂ ਕੀਤੀ ਹੋਈ ਆ, 1 ਸਾਲ ਦਾ ਡਿਪਲੋਮਾ ਕੈਨੇਡਾ 'ਚ ਪੜ੍ਹਨਗੇ, 2 ਸਾਲ ਵਰਕ ਮਿਲੂਗਾ, ਇਹਨਾਂ ਨੂੰ ਆਟੋਮੈਟਿਕਲੀ 3 ਸਾਲ 'ਚ ਪੀਆਰ ਮਿਲ ਜੂਗੀ। ਬਿਲਕੁਲ। ਪੀਆਰ ਪੁਆਇੰਟਸ ਤਾਂ ਇਹਨਾਂ ਦੇ ਪ੍ਰੋਪਰ ਕੰਪਲੀਟ ਹੋ ਹੀ ਰਹੇ ਨੇ, ਤਾਂ ਤੁਹਾਨੂੰ 2 ਈਅਰ ਸਟੱਡੀ ਕਰਨ ਦੀ ਕੋਈ ਲੋੜ ਨਹੀਂ। ਬਿਲਕੁਲ। ਤੁਸੀਂ 1 ਈਅਰ ਦਾ ਡਿਪਲੋਮਾ ਲਓ ਜਾਂ ਤੁਸੀਂ ਮਾਸਟਰ 'ਚ ਜਾਓ, 2 ਈਅਰ ਦੀ ਤੁਹਾਨੂੰ ਵੀਜ਼ਾ ਮਿਲ ਜੂਗਾ। ਅੱਛੀ ਪ੍ਰੋਫਾਈਲ ਆ, ਅੱਛੇ ਸਲਾਹਕਾਰ ਦੀ ਸਲਾਹ ਤੇ ਚੱਲੋ, ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾ ਦੇਣਾ। ਜਦੋਂ ਤੁਸੀਂ ਆਪ ਇੱਕ ਜ਼ਿੱਦ ਫੜ ਬੈਠਦੇ ਹੋ ਨਾ ਕਿ ਮੈਂ ਇੱਥੇ ਜਾਣਾ, ਮੈਂ ਇਹ ਕਰਨਾ, ਫਿਰ ਉਹ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਨਹੀਂ ਪਹੁੰਚਾਇਆ ਜਾਂਦਾ। ਬਿਲਕੁਲ। ਫਿਰ ਉਹ ਤੁਹਾਡੀ ਜ਼ਿੱਦ ਪੂਰੀ ਹੁੰਦੀ ਆ। ਜੇ ਵੀਜ਼ਾ ਚਾਹੀਦਾ ਤੇ ਸਲਾਹਕਾਰ ਦੀ ਸਲਾਹ ਤੇ ਚੱਲੋ, ਵੀਜ਼ਾ ਮਿਲ ਜਾਂਦਾ। ਜੇ ਜ਼ਿੱਦ ਕਰੋਗੇ ਤਾਂ ਜ਼ਿੱਦ ਤੁਹਾਡੀ ਪੂਰੀ ਹੋ ਜਾਊਗੀ, ਬਟ ਵੀਜ਼ਾ ਨਹੀਂ ਪੂਰਾ ਹੋਊਗਾ ਤੁਹਾਨੂੰ ਮਿਲਣ ਦਾ। ਬਿਲਕੁਲ ਸਹੀ ਕਿਹਾ ਤੁਸੀਂ। ਇਸੇ ਲਈ ਅਸੀਂ ਵੀ ਪੂਰੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਈਏ, ਤੁਹਾਡੇ ਸਵਾਲਾਂ ਦੇ ਜਵਾਬ ਇਸ ਸ਼ੋਅ ਦੇ ਜ਼ਰੀਏ ਦੇ ਸਕੀਏ। ਔਰ ਜਿਹੜੇ ਲਗਾਤਾਰ ਕਾਲਰਸ ਕਾਲ ਕਰ ਰਹੇ ਨੇ, ਜਿਨ੍ਹਾਂ ਦੀ ਕਾਲ ਅਸੀਂ ਰਿਸੀਵ ਨਹੀਂ ਕਰ ਪਾਏ ਹਾਂ, ਸ਼ੋਅ ਤੋਂ ਬਾਅਦ ਵੀ ਤੁਸੀਂ ਸੇਮ ਇਸੇ ਨੰਬਰ ਦੇ ਉੱਪਰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ, ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਗੱਲ ਜਦੋਂ ਗ੍ਰੈਜੂਏਸ਼ਨ ਦੀ ਜਾਂ ਮਾਸਟਰਸ ਦੀ ਆਉਂਦੀ ਹੈ, ਕਿੱਥੇ ਸਕੋਪ ਜ਼ਿਆਦਾ ਪੀਆਰ ਨੂੰ ਲੈ ਕੇ ਵਧੀਆ ਪੁਆਇੰਟ ਬਣਦੇ ਨੇ? ਕਿਉਂਕਿ ਇੱਕ ਤਾਂ ਹੁੰਦੇ ਨੇ ਕਿ +2 ਤੋਂ ਬਾਅਦ ਸਟੂਡੈਂਟ ਜਾ ਰਹੇ ਨੇ ਔਰ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ, ਤਾਂ ਕਿੰਨਾ ਕੁ ਫਰਕ ਰਹਿੰਦਾ ਹੈ? ਦੇਖੋ, ਜਿਹੜਾ ਸਟੂਡੈਂਟ +2 ਪਾਸ ਕਰਕੇ ਕੈਨੇਡਾ ਜਾ ਰਿਹਾ, ਉਹਨੂੰ 5 ਸਾਲ ਲੱਗਦੇ ਨੇ ਆਪਣੇ ਪੁਆਇੰਟ ਨੂੰ ਕੰਪਲੀਟ ਕਰਨ ਦੇ ਲਈ। ਠੀਕ ਹੈ। ਜਿਹੜਾ ਸਟੂਡੈਂਟ ਇੰਡੀਆ ਤੋਂ ਡਿਗਰੀ ਕਰਕੇ ਜਾ ਰਿਹਾ, ਉਹ 1 ਸਾਲ ਦੀ ਸਟੱਡੀ ਕਰੇ, 2 ਸਾਲ ਦਾ ਵਰਕ ਪਰਮਿਟ ਮਿਲੂਗਾ, 2 ਸਾਲ ਵਰਕ ਕਰੇ, ਪੂਰੇ 3 ਸਾਲ ਲਈ, ਪੂਰੇ 3 ਸਾਲ ਦੇ ਵਿੱਚ ਨਾ ਉਹ ਪੀਆਰ ਅਪਲਾਈ ਕਰਨ ਦੇ ਲਈ ਤੇ ਉਹਦੇ ਪੁਆਇੰਟਸ ਕੰਪਲੀਟ ਹੋ ਜਾਂਦੇ ਆ। ਉਹ ਤੀਜੇ ਸਾਲ ਪੀਆਰ ਅਪਲਾਈ ਕਰਕੇ ਉਹਨੂੰ ਪੀਆਰ ਮਿਲ ਜਾਂਦੀ ਹੁੰਦੀ ਆ। ਜਿਹੜਾ ਸਟੂਡੈਂਟ ਮਾਸਟਰ ਕਰਕੇ ਜਾ ਰਿਹਾ, ਉਹਨੂੰ ਵੀ 3 ਸਾਲ ਦੇ ਵਿੱਚ ਹਰ ਇੱਕ ਪ੍ਰੋਵਿੰਸ 'ਚ ਪੀਆਰ ਮਿਲ ਜਾਂਦੀ ਆ। ਜਿਹੜਾ ਸਟੂਡੈਂਟ +2 ਪਾਸ ਕਰਕੇ ਇੰਡੀਆ ਤੋਂ ਕੈਨੇਡਾ ਜਾ ਰਿਹਾ, ਘੱਟੋ ਘੱਟ ਉਹਨੂੰ 5 ਸਾਲ ਲੱਗਦੇ ਨੇ ਪੀਆਰ ਹੋਣ ਦੇ ਲਈ। ਬਟ ਕਈ ਪ੍ਰੋਵਿੰਸ ਐਦਾਂ ਦੇ ਵੀ ਆ ਜਿਹੜੇ ਸਟੱਡੀ ਤੋਂ ਬਾਅਦ ਉਹਨਾਂ ਨੂੰ ਪੀਆਰ ਦੇ ਰਹੇ ਨੇ। ਜੀ 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 ਬਿਲਕੁਲ। ਸੋ ਕਾਲਰਸ ਵੀ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ, ਕਾਲ ਜ਼ਰੂਰ ਅਸੀਂ ਰਿਸੀਵ ਕਰ ਲੈਂਦੇ ਹਾਂ। ਹੋਰ ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਸੁਮਨ ਬੋਲ ਰਹੀ ਹਾਂ ਸਮਾਣੇ ਤੋਂ। ਜੀ, ਕੀ ਸਵਾਲ ਹੈ ਤੁਹਾਡਾ ਸੁਮਨ? ਮੈਮ ਮੈਂ +2 20 ਪਾਸ ਆਊਟ ਹਾਂ ਜੀ, 84%। ਮੈਮ ਮੇਰੇ ਆਇਲਟਸ ਇੱਕ ਮੋਡਿਊਲ 'ਚ 5 ਨੇ ਜੀ, ਓਵਰਆਲ 6 ਹੈ। ਓਕੇ। ਆਸਟ੍ਰੇਲੀਆ ਤੋਂ 1 ਟਾਈਮ ਰਿਫਿਊਜ਼ ਆ ਮੈਮ, ਮੇਰਾ ਕੈਨੇਡਾ ਹੋ ਜਾਏਗਾ? ਠੀਕ ਹੈ। ਓਕੇ, ਤੁਹਾਡਾ ਆਸਟ੍ਰੇਲੀਆ ਤੋਂ ਕੀ ਰੀਜ਼ਨ ਸੀ ਮੈਮ ਵੀਜ਼ਾ ਰਿਫਿਊਜ਼ ਹੋਣ ਦਾ? ਹੈਲੋ ਸਰ, ਅਸੀਂ ਵਾਪਸ ਨਹੀਂ ਆਣਾ ਜੀ। ਤੁਸੀਂ ਵਾਪਸ ਨਹੀਂ ਆਣਾ, ਇਹ ਰੀਜ਼ਨ ਤੁਹਾਨੂੰ ਤੁਹਾਡੀ ਰਿਫਿਊਜ਼ਲ ਲੈਟਰ ਤੇ ਮਿਲਿਆ, ਰਾਈਟ? ਹਾਂਜੀ ਹਾਂਜੀ ਸਰ। ਕੀ ਫੰਡਸ ਕਿੰਨੇ ਤੁਸੀਂ ਸ਼ੋਅ ਕੀਤੇ ਸੀਗੇ? ਹਾਂਜੀ ਸਰ। ਤੁਸੀਂ ਫੰਡਸ ਕਿੰਨੇ ਸ਼ੋਅ ਕੀਤੇ ਸੀ ਮੈਮ? ਸਰ 32 ਜੀ। 32 ਫੰਡਸ ਤੁਸੀਂ ਕਿਹਨਾਂ ਦੇ ਅਕਾਊਂਟ 'ਚ ਸ਼ੋਅ ਕੀਤਾ ਸੀਗਾ? ਸਰ ਮੇਰੇ ਪੇਰੈਂਟਸ ਦੇ ਅਕਾਊਂਟ 'ਚੋਂ ਸੀ ਜੀ ਫੰਡ। ਤੁਹਾਡੇ ਫਾਦਰ ਦੀ ਜਿਹੜੀ ਇਨਕਮ ਆ ਉਹ 1 ਸਾਲ ਦੀ ਕਿੰਨੀ ਆ? ਸਰ ਇੰਨੇ ਕੀ ਨੌਲੇਜ ਤਾਂ ਨਹੀਂ ਆ ਜੀ। ਓਕੇ, ਤੁਸੀਂ ਡਾਕੂਮੈਂਟਸ ਲੈ ਕੇ ਨਾ ਆਫਿਸ ਵਿਜ਼ਿਟ ਕਰਨਾ, ਤੁਹਾਨੂੰ ਕੈਨੇਡਾ ਪਹੁੰਚਾਇਆ ਜਾਊਗਾ। ਤੇ ਜਿਹੜਾ ਤੁਹਾਡਾ ਸਵਾਲ ਆ ਤੁਸੀਂ ਕਿੱਦਾਂ ਕੈਨੇਡਾ ਤੋਂ ਵੀਜ਼ਾ ਲੈ ਸਕਦੇ ਹੋ, ਤੁਹਾਨੂੰ ਟੀਵੀ ਸਕਰੀਨ ਤੇ ਇਹਦਾ ਆਨਸਰ ਮਿਲਦਾ। ਦੇਖੋ, ਪ੍ਰੋਫਾਈਲ ਆ ਜੀ, ਸਟੂਡੈਂਟ ਨੂੰ ਪਤਾ ਹੀ ਨਹੀਂ ਆ ਜੀ ਮੇਰੇ ਫਾਦਰ ਦੀ ਇਨਕਮ ਕੀ ਆ ਸਾਲ ਦੀ, ਤੇ ਤੁਸੀਂ 32 ਲੱਖ ਦੇ ਫੰਡ ਸ਼ੋਅ ਕਰਾਤੇ ਹੋ ਜੀ। ਸੋ ਇਦਾਂ ਦੇ ਕੇਸ ਚ ਵੀਜ਼ਾ ਰਿਫਿਊਜ਼ ਹੋਣਾ ਤਾਂ ਇੱਕ ਆਮ ਜੀ ਗੱਲ ਆ। ਜਦੋਂ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਫਾਦਰ ਸਾਲ ਦਾ 8 ਲੱਖ ਰੁਪਏ ਕਮਾਉਂਦੇ ਨੇ ਜਾਂ 10 ਲੱਖ ਰੁਪਏ ਕਮਾਉਂਦੇ ਨੇ, ਤੇ ਉਹ ਫੰਡ ਕਿਵੇਂ ਸ਼ੋਅ ਕਰਦੇ ਪਏ ਨੇ। ਇੱਕ 2.5 ਲੱਖ ਰੁਪਏ ਜਿਹਦੀ ਇਨਕਮ ਆ ਸਾਲ ਦੀ, ਉਹ ਕਿੱਦਾਂ 32 ਲੱਖ ਰੁਪਏ ਸ਼ੋਅ ਕਰ ਦੂਗਾ? ਬਿਲਕੁਲ ਸਹੀ ਕਿਹਾ। ਜਿਹਦੇ ਕੋਲ ਕੋਈ ਜ਼ਮੀਨ ਕੋਈ ਪ੍ਰਾਪਰਟੀ ਨਹੀਂ ਆ, ਉਹਨੇ ਕੁਝ ਸੇਲ ਨਹੀਂ ਕੀਤਾ, ਉਹ ਕਿੱਦਾਂ 32 ਲੱਖ ਰੁਪਏ ਸ਼ੋਅ ਕਰਾ ਰਿਹਾ? ਤਾਂ ਸਾਫ਼ ਪਤਾ ਲੱਗਦਾ ਇਹ ਫੇਕ ਫੰਡਸ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਰੀ ਇਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕੀਤੀ ਹੈ, ਤੇ ਉਮੀਦ ਕਰਦੇ ਹਾਂ ਇਸ ਸ਼ੋਅ ਵਿੱਚ ਜਿਹੜੀਆਂ ਵੀ ਗੱਲਾਂ ਅਸੀਂ ਕਰਦੇ ਹਾਂ, ਸਾਰੀ ਜਾਣਕਾਰੀ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।